ਅੱਛਾ ਜੀ, ਅੱਜ ਅਸੀਂ ਪਹਿਲੇ ਥੋੜਾ ਜਿਹਾ ਜਿਹੜਾ ਨਾ ਉਹ ਦੁਹਰਾਈ ਕਰਾਂਗੇ ਕਿ ਜਿਹੜੀ ਬੇਸਿਕ ਟੈਕਨੋਲੋਜੀ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਜਾਂ ਘੜਮਤ ਦੀ, ਉਹ ਉਹਨੂੰ ਅਸੀਂ ਡੀਪ ਲਰਨਿੰਗ ਕਹਿੰਦੇ ਆ। ਡੂੰਘੀ ਸਮਝ, ਡੂੰਘੀ ਸਿਖਲਾਈ। ਤੁਹਾਡੇ ਜ਼ਿਹਨ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਇਹ ਜਿਹੜੀ ਡੀਪ ਲਰਨਿੰਗ ਟੈਕਨੋਲੋਜੀ ਹੈ, ਇਹ ਤੁਹਾਡੀ ਜ਼ਿਹਨ ਦੇ ਵਿੱਚ ਕਿਵੇਂ ਆਉਂਦੀ ਹੈ, ਇਹ ਕਿਵੇਂ ਸਮਝ ਆਈ ਹੈ ਤੁਹਾਨੂੰ, ਤਾਂ ਕਿ ਇਹ ਕਨਸੈਪਟ ਜਿਹੜਾ ਨਾ ਕਲੀਅਰ ਹੋਵੇ ਜ਼ਰਾ। ਹਾਂਜੀ ਬਾਂਦਲ ਸਾਹਿਬ। ਪਲਾਨਿੰਗ ਤੁਸੀਂ ਫਰਮਾ ਰਹੇ ਹੋ? ਹਾਂਜੀ, ਮੈਂ ਇਹ ਅਰਜ਼ ਕਰ ਰਿਹਾ ਕਿ ਡੀਪ ਲਰਨਿੰਗ ਦੀ ਜਿਹੜੀ ਟੈਕਨੋਲੋਜੀ ਹੈ ਜੀ, ਇਹ ਸਾਰੀ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੀਆਂ ਹੁਣ ਜਿਹੜੀਆਂ ਐਪਲੀਕੇਸ਼ਨਸ ਹੋ ਰਹੀਆਂ ਨੇ ਦੁਨੀਆ 'ਚ, ਇਹਨਾਂ ਦੀ ਬੇਸ ਦੇ ਉੱਤੇ ਹੈਗੀ ਹੈ ਡੀਪ ਲਰਨਿੰਗ ਟੈਕਨੋਲੋਜੀ। ਤੇ ਮੈਂ ਇਹ ਪੁੱਛ ਰਿਹਾ ਸਾਂ ਤੁਹਾਡੇ ਕੋਲੋਂ ਕਿ ਤੁਹਾਨੂੰ ਡੀਪ ਲਰਨਿੰਗ ਟੈਕਨੋਲੋਜੀ ਦੇ ਬਾਰੇ 'ਚ ਕੀ ਸਮਝ ਆਇਆ ਹੁਣ ਤੱਕ? ਮੈਂ ਕੋਈ ਕਲਾਸ ਮਿਸ ਤਾਂ ਨਹੀਂ ਕਰ ਗਿਆ, ਕਿਉਂਕਿ ਮੈਨੂੰ ਇਹ ਫਰੇਜ਼ ਨਹੀਂ ਕੋਈ ਹੱਥ ਪੱਲੇ ਪੈ ਰਿਹਾ, ਕਿਉਂਕਿ ਇਹਦੇ ਵਿੱਚ ਜਿਹੜੀ ਮੈਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਬਾਰੇ ਵਿੱਚ ਥੋੜ੍ਹੀ ਬਹੁਤ ਸਮਝ ਮੈਨੂੰ ਹੈ। ਉਹਦੇ ਵਿੱਚ ਜਿਹੜੀ ਇਸ਼ੂ ਇਹ ਹੈਗਾ ਕਿ ਜਿਹੜੀ ਇਹਨਾਂ ਨੇ ਖਾਸ ਤੌਰ 'ਤੇ ਰਿਸਰਚ ਹੋਈ ਸੀ ਕੋਗਨੀਸ਼ਨ ਵਿੱਚ, ਔਰ ਉਹਨੂੰ ਪਛਾਣ ਜਿਹਨੂੰ ਕਹਿ ਸਕਦੇ ਹਾਂ ਅਸੀਂ, ਔਰ ਸਿਰਫ ਲਫ਼ਜ਼ਾਂ ਦੀ ਔਰ ਪੈਟਰਨ ਦੀ ਔਰ ਅੱਖਾਂ ਦੀ ਯਾਨੀ ਦੇਖਣ ਵਾਲੀ, ਇਹ ਸਿੱਧੀ ਜਾ ਕੇ ਸਬਕੌਂਸ਼ੀਅਸ ਦੇ ਵਿੱਚ ਜਿਹੜੇ ਨਿਊਰੋਲੋਜੀਕਲ ਪੁਆਇੰਟਸ ਹੁੰਦੇ ਨੇ ਉਹਨਾਂ ਦੇ ਨਾਲ ਇਹ ਆਪਰੇਟ ਕਰਦੀ ਹੈ। ਆਈ ਡੋਂਟ ਨੋ, ਮੈਨੂੰ ਨਹੀਂ ਮਤਲਬ ਕਿ ਤੁਸੀਂ ਇਹਦੇ ਨਾਲ ਇਹਨੂੰ ਰੈਫਰ ਕਰ ਰਹੇ ਹੋ ਜਾਂ ਕਿ ਮਸ਼ੀਨਾਂ ਦੀ ਅਸ ਖੁਦ ਡੀਪ ਲਰਨਿੰਗ ਦੀ ਮੇਰੇ। ਨਹੀਂ, ਉਹ ਜਿਹੜੀ ਹੈ ਨਾ ਉਹ ਅਸਲ ਵਿੱਚ ਗੱਲ ਤਾਂ ਉਹੀ ਹੋ ਰਹੀ ਹੈ ਜਿਹੜੀ ਤੁਸੀਂ ਕਹਿ ਰਹੇ ਹੋ। ਜੀ ਸਰ। ਇਹ ਹੈ ਨਾ ਕਿ ਬਈ ਪਹਿਲੇ ਤੇ ਸ਼ੁਰੂ ਦੇ ਵਿੱਚ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਟੈਕਨੋਲੋਜੀ ਤੇ ਲੋਕ ਕੰਮ ਕਰ ਰਹੇ ਸਨ, ਤੇ ਉਹ ਬੇਸਿਕਲੀ ਕੋਸ਼ਿਸ਼ ਇਹ ਕਰ ਰਹੇ ਸਨ ਕਿ ਜਿਹੜੀ ਹਿਊਮਨ ਇੰਟੈਲੀਜੈਂਸ ਹੈ ਉਹ ਕਿਵੇਂ ਫੰਕਸ਼ਨ ਕਰਦੀ ਹੈ, ਉਹ ਹਿਊਮਨ ਇੰਟੈਲੀਜੈਂਸ ਦੀ ਫੰਕਸ਼ਨੈਲਿਟੀ ਨੂੰ ਨਕਲ ਕੀਤਾ ਜਾਵੇ ਜਾਂ ਉਹਨੂੰ ਰੀਕ੍ਰੀਏਟ ਕੀਤਾ ਜਾਵੇ। ਜਿਵੇਂ ਵੀ ਹਿਊਮਨ ਇੰਟੈਲੀਜੈਂਸ ਜਿਹੜੀ ਹੈ ਉਹ ਫੰਕਸ਼ਨ ਕਰਦੀ ਹੈ, ਕਿ ਉਹ ਕਿਵੇਂ ਚੀਜ਼ਾਂ ਨੂੰ ਵੇਖਦੀ ਹੈ ਔਰ ਕਿਵੇਂ ਫੈਸਲਿਆਂ 'ਤੇ ਪਹੁੰਚਦੀ ਹੈ। ਠੀਕ ਹੈ, ਅੱਛਾ, ਲੇਕਿਨ ਇਹ ਹੈ ਕਿ ਇਹ ਫਿਰ ਇਹ ਜਿਹੜੀ ਅਪਰੋਚ ਸੀਗੀ ਇਹ ਛੱਡ ਦਿੱਤੀ ਗਈ ਤੇ ਦੂਜੀ ਅਪਰੋਚ ਲੈ ਲਈ ਗਈ ਡੀਪ ਲਰਨਿੰਗ ਦੀ। ਡੀਪ ਲਰਨਿੰਗ ਦੀ ਅਪਰੋਚ ਇਹ ਹੈ ਕਿ ਜਿਵੇਂ ਬੰਦੇ ਦੇ ਬ੍ਰੇਨ ਦੇ ਵਿੱਚ ਹਜ਼ਾਰਾਂ ਨਿਊਰੋਨਸ ਜਿਹੜੇ ਨੇ ਉਹ ਇੰਟਰੈਕਟ ਕਰਦੇ ਨੇ, ਔਰ ਉਹਨਾਂ ਦੇ ਨਾਲ ਉਹ ਜਿਹੜਾ ਆਪਟੀਮਮ ਡਿਸੀਜਨ ਹੁੰਦਾ ਹੈ ਉਹਦੇ ਤੱਕ ਉਹ ਪਹੁੰਚਦੇ ਨੇ। ਤੇ ਇਸੇ ਤਰ੍ਹਾਂ ਉਹਨਾਂ ਨੇ ਕੰਪਿਊਟਰ ਦੀ ਜਿਹੜੀ ਟੈਕਨੋਲੋਜੀ ਹੈ ਉਹਦੇ ਵਿੱਚ ਉਸ ਤਰ੍ਹਾਂ ਦੇ ਨਿਊਰੋਨਸ ਜਿਹੜੇ ਨੇ ਉਹ ਇੰਜੈਕਟ ਕੀਤੇ ਜਾਂ ਉਹਨਾਂ ਨੂੰ ਕੰਸਟਰਕਟ ਕੀਤਾ, ਤੇ ਉਹਨਾਂ ਨੇ ਇਹ ਜਿਹੜਾ ਖੁਦ ਜਿਹੜੀ ਡੀਪ ਲਰਨਿੰਗ ਹੈ ਫੈਸਲਾ ਕਰਨਾ ਉੱਤੇ ਛੱਡ ਦਿੱਤਾ ਕਿ ਉਹ ਮੈਕਸਿਮਮ ਫੈਸਲੇ ਤੇ ਕਿਵੇਂ ਪਹੁੰਚਦੀ ਹੈ। ਮਿਸਾਲ ਦੇ ਤੌਰ ਦੇ ਉੱਤੇ ਤੁਸੀਂ ਇੱਕ ਚੀਜ਼ ਦਾ ਮਾਲੂਮ ਕਰਨਾ, ਫੈਸਲਾ ਕਰਨਾ ਹੈ ਕਿ ਇਹ ਕਿਵੇਂ ਹੁੰਦੀ ਹੈ। ਦਰਿਆ, ਫਰਜ਼ ਕਰੋ ਕਿ ਅਸੀਂ ਇਹ ਦੇਖਣਾ ਚਾਹੁੰਦੇ ਹਾਂ ਕਿ ਦਰਿਆ ਕਿਵੇਂ ਰੁਖ ਮੋੜਦੇ ਨੇ, ਠੀਕ ਹੈ। ਇਹਦੇ ਇੱਕ ਤਰੀਕਾ ਤੇ ਇਹ ਹੈ ਕਿ ਤੁਸੀਂ ਜਿਹੜੇ ਦਰਿਆਵਾਂ ਦੇ ਬਹੁਤ ਜ਼ਿਆਦਾ ਮਾਹਿਰ ਲੋਕ ਨੇ ਉਹਨਾਂ ਕੋਲੋਂ ਪੁੱਛੋ ਕਿ ਉਹ ਇਹ ਫੈਸਲਾ ਕਿਵੇਂ ਕਰਦੇ ਨੇ
ਤੇ ਤੁਸੀਂ ਡੇਟੇ ਦੇ ਵਿੱਚ ਫੀਡ ਕਰ ਦਿਓ ਕਿ ਜੀ ਇੰਜ ਇੰਜ ਕਰਕੇ ਇਹ ਫੈਸਲਾ ਹੋਏਗਾ, ਉਹਨਾਂ ਨੇ ਜਿਵੇਂ ਉਹਨਾਂ ਨੇ ਸਿਆਣਿਆਂ ਨੇ ਕਿਹਾ, ਠੀਕ। ਸਹੀ। ਦੂਜਾ ਇਹ ਹੈ ਕਿ ਤੁਸੀਂ ਜਿਹੜਾ ਡੀਪ ਲਰਨਿੰਗ ਦਾ ਇਹ ਹੈ ਕਿ ਤੁਸੀਂ ਜਿੰਨੇ ਵੀ ਦਰਿਆਵਾਂ ਦਾ ਤੁਹਾਡੇ ਕੋਲ ਡੇਟਾ ਹੈਗਾ ਹੈ, ਜਿਨ੍ਹਾਂ ਨੇ ਰੁਖ ਬਦਲਿਆ, ਉਹ ਸਭ ਦਾ ਡੇਟਾ ਜਿਹੜਾ ਹੈ ਉਹ ਤੁਸੀਂ ਕੰਪਿਊਟਰ ਵਿੱਚ ਫੀਡ ਕਰ ਦਿਓ। ਠੀਕ। ਤੇ ਜਿਹੜੀ ਡੀਪ ਲਰਨਿੰਗ ਹੈ ਉਹ ਖੁਦ ਆਪਣੇ ਤੌਰ ਦੇ ਉੱਤੇ ਉਹਦੇ ਪੈਟਰਨਸ ਬਣਾਏਗੀ ਕਿ ਇਹਦੇ ਚ ਕਾਮਨ ਪੈਟਰਨ ਕੀ ਹੈ, ਔਰ ਉਹ ਕਾਮਨ ਪੈਟਰਨ ਬਣਾ ਕੇ ਉਹ ਖੁਦ ਫੈਸਲਾ ਕਰ ਦੇਗੀ ਕਿ ਜੀ ਦਰਿਆ ਜਿਹੜੇ ਨੇ ਉਹ ਉਹਨਾਂ ਦੇ ਬਦਲਣ ਦਾ ਇਹ ਪੈਟਰਨ ਹੈ ਔਰ ਇਹ ਵਜ੍ਹਾ ਹੋ ਸਕਦੀ ਹੈ, ਠੀਕ। बिल्कुल सही। ਅੱਛਾ, ਤੇ सो फार सो गुड। ਹਾਂਜੀ ਹਾਂਜੀ, ਬਸ ਮਤਲਬ ਇਹ ਹੈ ਕਿ ਇਹ ਜਿਹੜੀ ਹੈ ਨਾ ਰੇਂਜ 'ਚ ਰਹਿਣੀ ਚਾਹੀਦੀ ਹੈ ਕਿ ਇਹ ਜਿਹੜੀ ਡੀਪ ਲਰਨਿੰਗ ਹੈ ਉਹ ਬੇਸਿਕਲੀ ਡੇਟਾ ਬੇਸਡ ਹੈ, ਔਰ ਉਹਦੇ ਕੋਲ ਜਿੰਨਾ ਵੀ ਵੱਡਾ ਡੇਟਾ ਹੋਏਗਾ ਉਹ ਉਨਾ ਹੀ ਬਿਹਤਰ ਪੈਟਰਨਸ ਨੂੰ ਜਿਹੜੀ ਹੈ ਉਹ ਡਿਸਕਵਰ ਕਰ ਸਕਦੀ ਹੈ। ਜਿੰਨਾ ਡੇਟਾ ਘੱਟ ਹੋਏਗਾ ਉਨਾ ਹੀ ਉਹ ਆਪਣਾ ਉਹਨੂੰ ਘੱਟ ਕਰ ਸਕਦੀ ਹੈ। ਇਹ ਤੇ ਵੈਸੇ ਪਹਿਲੇ ਵੀ ਗੱਲ ਇੰਜੀ ਹੁੰਦੀ ਸੀਗੀ। ਉਹ ਸਾਡੇ ਇੱਥੇ ਬੜੀ ਸਟੱਡੀਜ਼ ਹੁੰਦੀਆਂ ਨੇ ਇਨਫੈਂਟ ਮੋਰਟੈਲਿਟੀ ਦੇ, ਜਿਹੜੇ ਬੱਚੇ ਮਰਦੇ ਨੇ ਨਾ ਇਹਨਾਂ ਦੇ ਉੱਤੇ। ਤੇ ਮੈਂ ਜਿਹੜੇ ਮਹਿਕਮੇ 'ਚ ਕੰਮ ਕਰਦਾ ਸਾਂ ਤੇ ਇਹਦਾ ਐਨਾਲਿਸਿਸ ਵੀ ਮੇਰੇ ਜ਼ਿੰਮੇ ਸੀਗਾ। ਤੇ ਉਹ ਮੈਂ ਇੱਕ ਕਾਨਫਰੰਸ 'ਚ ਗਿਆ ਤੇ ਮੈਂ ਉਹਨਾਂ ਨੂੰ ਕਿਹਾ ਜੀ ਸਾਡਾ ਮਸਲਾ ਹੱਲ ਕਰੋ। ਤੇ ਉਹ ਜਿਹੜਾ ਐਕਸਪਰਟ ਸੀਗਾ, ਇੰਸਟ੍ਰਕਟਰ ਸੀ, ਉਹ ਮੈਨੂੰ ਕਹਿਣ ਲੱਗਾ ਤੁਹਾਡੇ 10 ਬੱਚੇ ਮਰਦੇ ਨੇ, ਹੁਣ ਦੱਸਾਂ ਬੱਚਿਆਂ ਨੂੰ ਕੀ ਅਸੀਂ ਕਰੀਏ। ਮਤਲਬ ਇਹ ਏਡਾ ਛੋਟਾ ਡੇਟਾ ਹੈ ਕਿ ਇਹਦੇ ਤੋਂ ਕੋਈ ਨਤੀਜਾ ਹੀ ਨਹੀਂ ਕੱਢਿਆ ਜਾ ਸਕਦਾ। ਤੇ ਇਹ ਅਗਲੇ ਸਾਲ 8 ਹੋ ਜਾਣਗੇ, ਫਿਰ ਕਿਸੇ ਸਾਲ ਇਹ 2 ਹੋ ਜਾਣਗੇ, ਕਿਸੇ ਸਾਲ ਇਹ 12 ਹੋ ਜਾਣਗੇ। ਲੱਗਦਾ ਇਹ ਡੇਟਾ ਏਡਾ ਛੋਟਾ ਹੈ ਕਿ ਤੋਂ ਕੋਈ ਪੈਟਰਨ ਜਿਹੜਾ ਉਹ ਸਟੈਬਲਿਸ਼ ਨਹੀਂ ਹੋ ਸਕਦਾ। ਸੋ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੀ ਹੈ ਆਪਣੀ ਡੀਪ ਲਰਨਿੰਗ, ਉਹ ਬੇਸਿਕਲੀ ਲਾਰਜ ਡੇਟਾਬੇਸ ਹੈ, ਔਰ ਚੂੰਕਿ ਉਹ ਹੁਣ ਅਸੀਂ ਗੱਲ ਬਾਅਦ ਚ ਕਰਾਂਗੇ। ਅੱਛਾ, ਹੁਣ ਇੱਥੇ ਇੱਕ ਹੋਰ ਬੜੀ ਬਹਿਸ ਹੈ ਜਿਹੜੀ ਕੱਲ ਕਲਾਸ ਦੇ ਵਿੱਚ ਹੋਈ ਸੀ। ਨੂਰ ਸਾਹਿਬ ਆਏ ਸਨ, ਮੈਨੂੰ ਪਤਾ ਉਹਨਾਂ ਨੂੰ ਯਾਦ ਹੋਏਗਾ। ਉਹ ਇਹ ਸੀ ਕਿ ਦੁਨੀਆ ਦੇ ਸੰਸਾਰ ਦੀ ਵਿੱਚ ਬਦਲੀਆਂ ਦੇ 2 ਮਾਡਲ ਨੇ। ਇੱਕ ਮਾਡਲ ਤੇ ਹੈ ਜਿਹੜਾ ਜਾਰੀ ਹੈ, ਔਰ ਜਿਹੜੇ ਸਾਰੇ ਐਸਟੈਬਲਿਸ਼ਮੈਂਟ ਔਰ ਸਟੇਟਸ ਕੋ ਦੇ ਜਿਹੜੇ ਸਕਾਲਰਸ ਨੇ ਉਹ ਉਹਨੂੰ ਵਰਤਦੇ ਨੇ, ਔਰ ਉਹ ਇਹ ਹੈ ਕਿ ਚੀਜ਼ਾਂ ਇਨਕਰੀਮੈਂਟਲੀ ਵੱਧਦੀਆਂ ਨੇ, ਉਹ ਘਟਦੀਆਂ ਨੇ। ਇਹ ਉਹਨਾਂ ਦਾ ਕਹਿਣਾ ਹੈ। ਮਤਲਬ ਗ੍ਰੈਜੂਅਲੀ ਐਵੋਲੂਸ਼ਨ ਹੁੰਦਾ ਹੈ, ਚੀਜ਼ਾਂ ਘਟਦੀਆਂ ਵੱਧਦੀਆਂ ਜਿਹੜੀਆਂ ਨੇ ਉਹ ਛੋਟੀਆਂ ਛੋਟੀਆਂ ਇਨਕਰੀਮੈਂਟਸ ਵੱਧਦੀਆਂ ਨੇ। ਤੇ ਇਹ ਜਿਹੜਾ ਹੈ ਇਹ ਬੇਸਿਕਲੀ ਸਟੇਟਸ ਕੋ ਦਾ ਜਿਹੜਾ ਲੋਕ ਨੇ ਉਹਨਾਂ ਦਾ ਇਹ ਆਮ ਤੌਰ ਤੇ ਉਹ ਕਰਦੇ ਨੇ। ਮਿਸਾਲ ਦੇ ਤੌਰ ਤੇ ਮੈਂ ਇਕਨੋਮਿਸਟ ਦੇ ਤੌਰ ਦੇ ਉੱਤੇ ਦੱਸ ਸਕਦਾ ਕਿ ਅਸੀਂ ਜਦੋਂ ਕੋਈ ਪ੍ਰੈਡਿਕਟ ਕਰਨਾ ਹੁੰਦਾ ਹੈ, ਫੋਰਕਾਸਟ ਕਰਨਾ ਹੁੰਦਾ ਹੈ, ਤੇ ਅਸੀਂ ਜਿਹੜਾ ਪੁਰਾਣਾ ਡੇਟਾ ਹੈ ਉਹਨੂੰ ਲੈ ਕੇ ਤੇ ਫੀਡ ਕਰਨੇ ਆ, ਤੇ ਉਹ ਫੀਡ ਕਰਕੇ ਤੇ ਉਹ ਤੋਂ ਫਿਰ ਪ੍ਰੋਜੈਕਸ਼ਨ ਕਰਨੇ ਆ ਕਿ ਅੱਗੇ ਕੀ ਹੋਏਗਾ। ਇਹਦਾ ਮਤਲਬ ਇਹ ਹੈ ਕਿ ਜਿਸ ਪੈਟਰਨ ਦੇ ਉੱਤੇ ਇਨਕਰੀਮੈਂਟਸ ਹੋਈਆਂ ਨੇ ਮਾਜ਼ੀ 'ਚ, ਉਸੇ ਤੇ ਇਨਕਰੀਮੈਂਟਸ ਜਿਹੜੀਆਂ ਨੇ ਉਹ ਫਿਊਚਰ 'ਚ ਵੀ ਹੋਣੀਆਂ ਜਾਣਗੀਆਂ। ਜੇ ਅਗਰ ਮਾਜ਼ੀ ਦੇ ਵਿੱਚ ਪਿਛਲੇ 10 ਸਾਲਾਂ 'ਚ 3% GDP ਦਾ ਗਰੋਥ ਹੋਇਆ ਸੀ, ਤੇ ਫਿਰ ਹੁਣ ਅੱਗੇ ਜਿਹੜਾ ਅਸੀਂ ਪ੍ਰੋਜੈਕਟ ਕਰਾਂਗੇ ਉਹ ਵੀ 3% ਤੇ ਕਰਕੇ ਦੱਸਾਂਗੇ ਜੀ ਇਸ ਸੰਨ 'ਚ ਕੀ ਹੋਏਗਾ, ਤੇ ਇਸ ਸੰਨ 'ਚ ਕੀ ਹੋਏਗਾ, ਤੇ ਇਸ ਸੰਨ 'ਚ ਕੀ ਹੋਏਗਾ। ਇਹ ਇੱਕ ਜਿਹੜਾ ਹੈ ਇਹ ਇੱਕ ਜਿਹੜੀ ਇਹਦੀ ਸਿਆਸੀ ਵਜ੍ਹਾ ਇਹ ਹੈਗੀ ਹੈ
ਸਿਆਸੀ ਵਜ੍ਹਾ ਇਹ ਹੈ ਜੀ, ਇਹਦੀ ਇਹ ਹੈਗੀ ਹੈ ਕਿ ਜਿਹੜੇ ਦੁਨੀਆ ਦੀਆਂ ਰੂਲਿੰਗ ਕਲਾਸਿਸ ਨੇ ਉਹ ਇਹ ਸਾਬਤ ਕਰਨਾ ਚਾਹੁੰਦੀਆਂ ਨੇ ਜਾਂ ਉਹ ਇਹ ਤੁਹਾਡੇ ਉੱਤੇ ਅਸਰ ਪਾਉਣਾ ਚਾਹੁੰਦੀਆਂ ਨੇ ਕਿ ਚੀਜ਼ਾਂ ਹੌਲੀ 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 ਖੁਦ ਹੀ ਠੀਕ ਹੋ ਜਾਣਗੀਆਂ ਤੇ ਕਿਸੇ ਰੈਵੋਲੂਸ਼ਨ ਦੀ ਲੋੜ ਨਹੀਂ ਹੈਗੀ। ਲੇਕਿਨ ਜਿਹੜੀ ਇਹਦੇ ਉਲਟ ਦੂਜਾ ਤਸੱਵਰ ਹੈ ਉਹ ਇਹ ਹੈ ਕਿ ਚੀਜ਼ਾਂ ਬੜੇ ਚਿਰ ਤੱਕ ਹੌਲੀ ਹੌਲੀ ਐਵੋਲੂਸ਼ਨ ਚੋਂ ਗੁਜ਼ਰਦੀਆਂ ਨੇ, ਯਾਨੀ ਉਹਨਾਂ ਦੇ ਵਿੱਚ ਇਨਕਰੀਮੈਂਟਲ ਐਡੀਸ਼ਨਸ ਹੁੰਦੀਆਂ ਨੇ ਤੇ ਫਿਰ ਉਹ ਯਕਦਮ ਇੱਕ ਜੰਪ ਲੈਂਦੀਆਂ ਨੇ ਔਰ ਉਹ ਬਿਲਕੁਲ ਇੱਕ ਹੋਰ ਸਟੇਟ ਦੇ ਉੱਤੇ ਪਹੁੰਚ ਜਾਂਦੀਆਂ ਨੇ, ਉਹ ਜੰਪ ਲੈ ਕੇ ਕਿਸੇ ਹੋਰ ਸਟੇਟ ਤੇ ਪਹੁੰਚ ਜਾਂਦੀਆਂ ਨੇ। ਇਹ ਤਸੱਵੁਰ ਜਿਹੜਾ ਹੈ ਇਹ ਹੈਗਲ ਨੇ ਦਿੱਤਾ ਸੀ ਔਰ ਇਸ ਤੋਂ ਬਾਅਦ ਇਸ ਤਸੱਵੁਰ ਨੂੰ ਮਾਰਕਸ ਨੇ ਅੱਗੇ ਵਧਾਇਆ ਸੀ ਕਿ ਕੁਆਂਟੀਟੀ ਜਿਹੜੀ ਹੈ ਹੌਲੀ ਹੌਲੀ ਉਹ ਬਣਦੀ ਰਹਿੰਦੀ ਹੈ ਤੇ ਫਿਰ ਉਹ ਬਿਲਕੁਲ ਇੱਕ ਦੂਜੀ ਲੈਵਲ ਦੇ ਉੱਤੇ ਚਲੀ ਜਾਂਦੀ ਹੈ ਜਿਹੜੀ ਕਿ ਇਨਕਰੀਮੈਂਟਲੀ ਹੁੰਦੀ ਤੇ ਜਿਹਨੂੰ ਸਮਝੋ ਕਿ ਉਹ ਰੈਵੋਲੂਸ਼ਨ ਹੁੰਦਾ ਹੈ। ਹੈਗਲ ਨੇ ਉਹਦੀ ਮਿਸਾਲ ਜਿਹੜੀ ਹੈ ਉਹ ਇਹ ਦਿੱਤੀ ਸੀ ਕਿ ਜਿਵੇਂ ਬੱਚਾ ਹੈ ਮਾਂ ਦੇ ਪੇਟ ਦੇ ਵਿੱਚ, ਉਹ ਇੱਕ ਨੁਤਫੇ ਤੋਂ ਬਣਨਾ ਸ਼ੁਰੂ ਹੁੰਦਾ ਹੈ, ਹੌਲੀ ਹੌਲੀ ਉਹਦੇ ਜਿਸਮ ਬਣਦਾ ਹੈ, ਉਹਦੇ ਹੱਥ ਬਣਦੇ ਨੇ, ਉਹਦੇ ਪੈਰ ਬਣਦੇ ਨੇ, ਉਹ ਫਿਰ ਇੱਕ ਸਟੇਜ ਤੇ ਜਾ ਕੇ ਸਾਹ ਲੈਣਾ ਸ਼ੁਰੂ ਹੋ ਜਾਂਦਾ। ਲੇਕਿਨ ਆਖਿਰ ਜਦੋਂ ਉਹ ਜੰਮ ਪੈਂਦਾ ਹੈ, ਆਪਣੀ ਮਾਂ ਦੇ ਪੇਟ ਚੋਂ ਨਿਕਲ ਜਾਂਦਾ ਹੈ ਤੇ ਉਹ ਕੁਆਲਿਟੇਟਿਵਲੀ ਇੱਕ ਬਿਲਕੁਲ ਮੁਖਤਲਿਫ ਚੀਜ਼ ਹੁੰਦਾ ਹੈ। ਫਿਰ ਉਹ ਫਿਰ ਆਜ਼ਾਦ ਹੁੰਦਾ ਹੈ ਜਿਹੜਾ ਕਿ ਉਹ ਹੁਣ ਇਨਕਰੀਮੈਂਟਲ ਮਾਂ ਦੇ ਪੇਟ ਦੇ ਵਿੱਚ ਇਨਕਰੀਮੈਂਟਲ ਸੀ, ਲੇਕਿਨ ਉਹ ਜਦੋਂ ਪੈਦਾ ਹੋ ਗਿਆ ਉਸ ਤੋਂ ਬਾਅਦ ਉਹ ਇਨਕਰੀਮੈਂਟਲ ਨਹੀਂ ਹੈ, ਬਲਕਿ ਉਹ ਇੱਕ ਖੁਦ ਇੱਕ ਹਸਤੀ ਦੇ ਤੌਰ ਦੇ ਉੱਤੇ ਪੈਦਾ ਹੋ ਗਿਆ ਜਿਹੜਾ ਕਿ ਇੱਕ ਇਨਕਲਾਬ ਹੈ। ਇਸੇ ਤਰ੍ਹਾਂ ਦੁਨੀਆ ਦੇ ਵਿੱਚ ਜਿਹੜੀ ਤਬਦੀਲੀ ਹੈ ਉਹ ਸਿੱਧੀ ਇੱਕ ਸਟ੍ਰੇਟ ਲਾਈਨ 'ਚ ਨਹੀਂ ਹੁੰਦੀ, ਬਲਕਿ ਉਹ ਪਹਿਲੇ ਹੌਲੀ ਹੌਲੀ ਜਿਹੜਾ ਹੈ ਉਹ ਥੋੜੀਆਂ ਇਨਕਰੀਮੈਂਟ ਜਿਹੜੀਆਂ ਨੇ ਉਹ ਹੁੰਦੀਆਂ ਰਹਿੰਦੀਆਂ ਨੇ ਤੇ ਫਿਰ ਉਹ ਯਕਦਮ ਛੜਪਾ ਮਾਰ ਕੇ, ਜਿਹਨੂੰ ਅਸੀਂ ਕਹਿੰਦੇ ਨਾ ਛੜਪਾ ਮਾਰ ਕੇ ਫਿਰ ਉਹ ਇੱਕ ਦੂਜੀ ਮੰਜ਼ਿਲ ਤੇ ਪਹੁੰਚ ਜਾਂਦੀਆਂ ਨੇ। ਇਹ ਗੱਲ ਮੈਂ ਸਾਰੀ ਇਸ ਲਈ ਕੀਤੀ ਹੈ ਤੁਹਾਡੇ ਨਾਲ, ਇਹ ਸਾਰੀ ਬੈਕਗ੍ਰਾਉਂਡ ਇਸ ਲਈ ਸ਼ੇਅਰ ਕੀਤੀ ਹੈ ਕਿ ਹੁਣ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਹੈ ਉਹਦੇ ਬਾਰੇ ਵਿੱਚ ਦੋ ਤਰ੍ਹਾਂ ਦੇ ਖਿਆਲ ਜਿਹੜੇ ਨੇ ਉਹ ਆਮ ਤੌਰ ਤੇ ਪਾਏ ਜਾਂਦੇ ਨੇ। ਇੱਕ ਖਿਆਲ ਤੇ ਇਹ ਹੈ, ਜਿਹੜੇ ਸਾਡੇ ਦੋਸਤ ਆਬਦ ਕਾਮਰਾਨ ਸਾਹਿਬ ਹੋਣਗੇ, ਪਤਾ ਨਹੀਂ ਉਹਨਾਂ ਨੂੰ ਕਿਹਾ ਤੇ ਹੈ ਸੀ ਕਿ ਆਓ, ਉਹਨਾਂ ਦਾ ਖਿਆਲ ਹੈ ਕਿ ਇਹ ਜਿਹੜਾ ਹੈ ਇਹ ਹੌਲੀ ਹੌਲੀ ਇਨਕਰੀਮੈਂਟਲ ਤਰੀਕੇ ਦੇ ਨਾਲ ਤਬਦੀਲੀਆਂ ਆਉਣਗੀਆਂ ਔਰ ਇਹ ਯਕਦਮ ਕੋਈ ਇਨਕਲਾਬ ਨਹੀਂ ਆਏਗਾ। ਮੇਰਾ ਜਿਹੜਾ ਇਸ ਬਾਰੇ 'ਚ ਓਪੀਨੀਅਨ ਹੈਗਾ ਉਹ ਮੁਖਤਲਿਫ ਹੈ। ਮੇਰਾ ਓਪੀਨੀਅਨ ਇਹ ਹੈਗਾ ਕਿ ਇਹ ਆਪਣਾ ਬਿਲਕੁਲ ਇੱਕ ਛੜਪਾ ਮਾਰ ਕੇ ਤੇ ਇਹ ਇੱਕ ਦੂਜੀ ਸਟੇਜ ਦੇ ਉੱਤੇ ਪੂਰੀ ਹਿਊਮਨ ਸੁਸਾਇਟੀ ਨੂੰ ਲੈ ਜਾਏਗੀ। ਮਿਸਾਲ ਦੇ ਤੌਰ ਦੇ ਉੱਤੇ ਮੈਂ ਪਹਿਲੀ ਤੁਹਾਨੂੰ ਮਿਸਾਲ ਦੇ ਤੌਰ ਦੇ ਉੱਤੇ ਇਹ ਕਹਿ ਰਹੇ ਨੇ ਕਿ ਜੀ ਚੀਨ ਦੇ ਵਿੱਚ 2 ਸਾਲਾਂ ਦੇ ਵਿੱਚ ਜਿਹੜੀ ਬਾਈਸਿਕਲ ਸ਼ੇਅਰਿੰਗ ਹੈ, ਜਿਹੜੀ ਬਾਈਸਿਕਲ ਨਹੀਂ ਬਲਕਿ ਸਾਈਕਲ ਸ਼ੇਅਰਿੰਗ, ਮੋਟਰਸਾਈਕਲ ਸ਼ੇਅਰਿੰਗ ਜਿਹੜੀ ਹੈ ਉਹ 2 ਸਾਲਾਂ 'ਚ ਇੰਪਲੀਮੈਂਟ ਹੋ ਗਈ ਔਰ ਸਾਈਕਲ ਨੂੰ ਛੱਡ ਕੇ ਤੇ ਮੋਟਰਸਾਈਕਲ ਜਿਹੜੀ ਹੈ ਉਹ 2 ਸਾਲਾਂ ਦੇ ਅੰਦਰ ਪੂਰੇ ਚੀਨ ਦੇ ਵਿੱਚ ਇੰਪਲੀਮੈਂਟ ਹੋ ਗਈ। ਜਿਹਦਾ ਮਤਲਬ ਇਹ ਹੈ ਕਿ ਤੁਸੀਂ ਇੱਕ ਜਗ੍ਹਾ ਤੋਂ ਆਪਣਾ ਮੋਟਰਸਾਈਕਲ ਲਈ ਆਪਣਾ ਰੈਂਟ ਕੀਤੀ ਤੇ ਦੂਜੀ ਜਗ੍ਹਾ ਤੇ ਜਾ ਕੇ ਛੱਡ ਦਿਓ ਵਗੈਰਾ ਵਗੈਰਾ। ਸੋ ਲਿਹਾਜ਼ਾ
ਪੂਰਾ ਜਿਹੜਾ ਉਹਦਾ ਟਰੈਵਲਿੰਗ ਦਾ ਜਿਹੜਾ ਪੈਟਰਨ ਸੀ ਉਹਦੇ 'ਚ ਐਵੋਲੂਸ਼ਨ ਨਹੀਂ ਹੈ, ਬਲਕਿ ਇਹ ਸਮਝੋ ਕਿ ਮੋਟਰਸਾਈਕਲਾਂ ਦੇ ਰੈਂਟਿੰਗ ਦੇ ਨਾਲ ਉਹਦੇ 'ਚ ਇੱਕ ਤਰ੍ਹਾਂ ਦਾ ਰੈਵੋਲੂਸ਼ਨ ਆ ਗਿਆ। ਅੱਛਾ, ਹੁਣ ਇੱਕ ਮਿਸਾਲ ਇਹ ਵੀ ਹੈਗੀ ਹੈ, ਫਿਰ ਇੱਕ ਤੁਸੀਂ ਦੂਜੀ ਮਿਸਾਲ ਲਵੋ, ਇਹ ਕਰੋਨਾ ਦੀ, ਕਿ ਕਰੋਨਾ ਤੋਂ ਪਹਿਲੇ ਜਦੋਂ ਤੱਕ ਕਰੋਨਾ ਨਹੀਂ ਸੀ ਆਇਆ ਤੇ ਇਹ ਜਿਹੜੀ ਆਪਣਾ ਲੌਂਗ ਡਿਸਟੈਂਸ ਜਿਹੜੀ ਕੰਪਿਊਟਰ ਦੇ ਜ਼ਰੀਏ ਦਫ਼ਤਰਾਂ ਦਾ ਕੰਮ ਕਰਨਾ ਹੈ, ਜਿਹਨੂੰ ਕੰਪਿਊਟਿੰਗ ਕਹਿੰਦੇ ਨੇ, ਵਿਰਚੁਅਲ ਕੰਪਿਊਟਿੰਗ ਕਹਿੰਦੇ ਨੇ, ਇਹ ਹੌਲੀ ਹੌਲੀ ਦਾਖਲ ਹੋ ਰਹੀ ਸੀ ਮੁਖਤਲਿਫ ਦਫ਼ਤਰਾਂ ਦੇ ਵਿੱਚ। ਮਿਸਾਲ ਦੇ ਤੌਰ ਤੇ ਮੈਂ ਜਦੋਂ ਰਿਟਾਇਰ ਹੋਇਆ ਸਾਂ ਕੋਈ 2011 ਜਾਂ 12 ਦੇ ਵਿੱਚ ਮੈਂ ਹੋਇਆ ਸਾਂ ਰਿਟਾਇਰ, ਤੇ ਉਦੋਂ ਇੱਥੋਂ ਤੱਕ ਪਹੁੰਚੇ ਸੀ ਕਿ ਜੀ ਤੁਸੀਂ ਹਫ਼ਤੇ ਦੇ ਵਿੱਚ ਇੱਕ ਦਿਨ ਜਿਹੜਾ ਉਹ ਘਰੋਂ ਕੰਮ ਕਰ ਲਿਆ ਕਰੋ। ਅੱਛਾ, ਲੇਕਿਨ ਇਹ ਹੈ ਕਿ ਉਹਦੀ ਵੀ ਜਿਹੜੀ ਇਜਾਜ਼ਤ ਹੈ ਉਹ ਬੜੀ ਮੁਸ਼ਕਲ ਦੇ ਨਾਲ ਉਹ ਦਿੰਦੇ ਸਨ, ਤੇ ਲੋਕੀ ਜਿਹੜੇ ਕਰਦੇ ਵੀ ਸਨ ਉਹ ਇੱਕ ਅੱਧਾ ਦਿਨ ਆਪਣੇ ਘਰ ਤੋਂ ਕਰਦੇ ਸਨ ਤੇ ਬਾਕੀ ਦਿਨਾਂ 'ਚ ਉਹਨਾਂ ਨੂੰ ਆਉਣਾ ਪੈਂਦਾ ਸੀ। ਇਸੇ ਤਰ੍ਹਾਂ ਕੁਝ ਦੂਜੇ ਦਫ਼ਤਰ ਸਨ ਜਿਨ੍ਹਾਂ 'ਚ 2 ਦਿਨਾਂ ਦੀ ਸਹੂਲਤ ਦਿੰਦੇ ਸਨ ਕਿ ਤੁਸੀਂ ਘਰੋਂ ਕਰ ਲਓ। ਲੇਕਿਨ ਇਹ ਤੁਸੀਂ ਦੇਖੋ ਕਿ ਇੱਕ ਵਾਕਿਆ ਹੋਇਆ, ਐਕਸਟਰਨਲ ਵਾਕਿਆ ਹੋਇਆ ਕਿ ਕਰੋਨਾ ਹੋ ਗਈ। ਜਦੋਂ ਕਰੋਨਾ ਹੋ ਗਈ ਤੇ ਉਹੀ ਜਿਹੜੇ ਇੱਕ 2 ਦਿਨ ਦੀ ਵੀ ਇਜਾਜ਼ਤ ਬੜੀ ਮੁਸ਼ਕਿਲ ਨਾਲ ਦਿੰਦੇ ਸਨ, ਉਹ ਸਭ ਮਜਬੂਰ ਹੋ ਗਏ ਕਿ ਸਾਰੇ ਲੋਕ ਆਪਣੇ ਘਰਾਂ ਤੋਂ ਹੀ ਕੰਮ ਕਰਨ। ਮੈਂ ਸਮਝਦਾ ਕਿ ਇਹ ਜਿਹੜੀ ਪਹਿਲੇ ਹੋ ਰਹੀ ਸੀ ਉਹ ਤੇ ਹੌਲੀ ਹੌਲੀ ਐਵੋਲੂਸ਼ਨ ਹੋ ਰਿਹਾ ਸੀ ਚੀਜ਼ਾਂ ਦਾ, ਉਹ ਆਪਣਾ ਇਨਕਰੀਮੈਂਟਲ ਹੋ ਰਹੀ ਸੀ। ਲੇਕਿਨ ਯਕਦਮ ਜਦੋਂ ਕਰੋਨਾ ਆਈ, ਯਾਨੀ ਇੱਕ ਸਰਕਮਸਟਾਂਸਿਸ ਪੈਦਾ ਹੋਏ, ਐਕਸਟਰਨਲ ਜਦੋਂ ਕੰਡੀਸ਼ਨ ਬਦਲੀਆਂ, ਯਕਦਮ ਸਮਝੋ ਇੱਕ ਤਰ੍ਹਾਂ ਦਾ ਇੱਕ ਰੈਵੋਲੂਸ਼ਨ ਆ ਗਿਆ ਆਫਿਸ ਵਰਕ ਦਾ, ਕਿ ਲੋਕੀ ਸਾਰੇ ਦੇ ਸਾਰੇ ਆਪਣੇ ਘਰਾਂ ਤੋਂ ਕੰਮ ਕਰਨਾ ਸ਼ੁਰੂ ਹੋ ਗਏ। ਔਰ ਹੁਣ ਮੇਰਾ ਖਿਆਲ ਹੈ ਕਿ 90% ਲੋਕਾਂ ਨੂੰ ਤੇ ਉਹਨਾਂ ਦੇ ਦਫ਼ਤਰਾਂ ਨੇ ਕਹਿ ਦਿੱਤਾ ਹੈ ਕਿ ਹੁਣ ਦਫ਼ਤਰ ਕੋਈ ਨਹੀਂ ਖੁੱਲਣੇ, ਹੁਣ ਤੁਸੀਂ ਹਮੇਸ਼ਾ ਲਈ ਘਰੋਂ ਹੀ ਕੰਮ ਕਰਨੇ ਨੇ। ਔਰ ਜੇ ਤੁਹਾਡਾ ਬਹੁਤ ਦਿਲ ਉਦਾਸ ਹੋਵੇ, ਜ਼ਰੂਰੀ ਤੁਸੀਂ ਦਫ਼ਤਰ ਦੇਖਣਾ ਹੋਵੇ, ਤੇ ਸਾਨੂੰ ਇੱਕ ਦਿਨ ਪਹਿਲੇ ਦੱਸ ਦਿਆ ਕਰੋ ਤੇ ਅਸੀਂ ਆ ਜਾਵਾਂਗੇ, ਤੇ ਅਸੀਂ ਤੁਹਾਡਾ ਬੰਦੋਬਸਤ ਕਰ ਦਿਆਂਗੇ ਜੇ ਤੁਸੀਂ ਆ ਕੇ ਤੁਸੀਂ ਦੇਖ ਲਓ, ਬਹਿ ਜਾ ਕਰੋ ਆ ਕੇ ਦਫ਼ਤਰ, ਲੇਕਿਨ ਸਾਨੂੰ ਤੁਹਾਡੇ ਦਫ਼ਤਰ ਆਉਣ ਦੀ ਲੋੜ ਕੋਈ ਨਹੀਂ। ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਇਹ ਦੇਖੋ 12 ਮਹੀਨਿਆਂ ਦੇ ਵਿੱਚ ਪੂਰਾ ਜਿਹੜਾ ਆਫਿਸ ਵਰਕ ਦਾ ਕਲਚਰ ਸੀ ਉਹ 12 ਮਹੀਨਿਆਂ ਦੇ ਵਿੱਚ ਟੋਟਲੀ ਤਬਦੀਲ ਹੋ ਗਿਆ। ਅਗਰ 1 ਸਾਲ ਪਹਿਲੇ ਕੋਈ ਕਹਿੰਦਾ, ਅਗਰ 1 ਸਾਲ ਪਹਿਲੇ ਕੋਈ ਮੇਰੇ ਵਗੈਰਾ ਬੰਦਾ ਇਹ ਦਾਅਵਾ ਕਰਦਾ ਕਿ ਜੀ 1 ਸਾਲ ਦੇ ਅੰਦਰ 90% ਲੋਕਾਂ ਆਫਿਸ ਗੋਇੰਗ ਲੋਕਾਂ ਨੇ ਘਰਾਂ ਤੋਂ ਕੰਮ ਕਰਨਾ ਹੈ, ਤੇ ਮੇਰਾ ਖਿਆਲ ਹੈ ਕਿ ਮੈਨੂੰ ਲੋਕਾਂ ਨੇ ਪਾਗਲ ਸਮਝਣਾ ਸੀ। ਲੇਕਿਨ ਇਹ ਹੈ ਕਿ ਹੁਣ ਉਹ ਜਦੋਂ ਹੋ ਗਿਆ ਮਜਬੂਰੀ ਦੀ ਵਜ੍ਹਾ ਤੋਂ, ਤੇ ਉਹ ਹਰ ਇੱਕ ਨੂੰ ਨਾਰਮਲ ਲੱਗ ਰਿਹਾ ਹੈ। ਲਿਹਾਜ਼ਾ ਮੇਰਾ ਆਪਣਾ ਇਹ ਜ਼ਾਤੀ ਓਪੀਨੀਅਨ ਹੈਗੀ ਹੈ ਕਿ ਮੁਸਤਕਬਲ ਦੇ ਵਿੱਚ ਐਸੇ ਵਾਕਿਆਤ ਹੋਣਗੇ, ਹੋ ਸਕਦੇ ਨੇ ਕਿ ਜਿਨ੍ਹਾਂ ਦੇ ਨਾਲ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਐਪਲੀਕੇਸ਼ਨ ਹੈ, ਟੈਕਨੋਲੋਜੀ ਦੀ ਜਿਹੜੀ ਐਪਲੀਕੇਸ਼ਨ ਹੈ, ਉਹ
ਜਿਹੜੀ ਕਿ ਅਸੀਂ ਸੋਚ ਰਹੇ ਹਾਂ 50 ਸਾਲਾਂ 'ਚ ਇੰਪਲੀਮੈਂਟ ਹੋਏਗੀ, ਉਹ 2 ਸਾਲਾਂ 'ਚ ਇੰਪਲੀਮੈਂਟ ਹੋ ਜਾਏ ਜਾਂ 5 ਸਾਲਾਂ 'ਚ ਇੰਪਲੀਮੈਂਟ ਹੋ ਜਾਏ। ਮਸਲਨ ਚੀਨ ਦੇ ਵਿੱਚ ਤੁਸੀਂ ਦੇਖੋ ਤੇ ਚੀਨ ਦੇ ਵਿੱਚ ਚੰਦ ਸਾਲਾਂ ਦੇ ਵਿੱਚ ਆਪਣਾ, ਬਲਕਿ ਇਹ ਕੰਮ ਜਿਹੜਾ ਹੈ ਇਹ ਯੂਨਾਈਟਿਡ ਸਟੇਟਸ ਦੇ ਵਿੱਚ ਤੇ ਨਹੀਂ ਉਹਨਾਂ ਤੇਜ਼ੀ ਨਾਲ ਹੋ ਰਿਹਾ, ਲੇਕਿਨ ਚੀਨ ਦੇ ਵਿੱਚ ਜਿਹੜੀ ਫੂਡ ਡਿਲੀਵਰੀ ਹੈ ਬਾਈ ਇੰਟਰਨੈਟ ਆਰਡਰਿੰਗ, ਉਹ ਜਿਹੜੀ ਹੈ ਉਹ ਕੋਈ 10 ਗੁਣਾ ਜ਼ਿਆਦਾ ਹੈ, 10 to 1 ਦੀ ਰੇਸ਼ੋ ਹੈ ਯੂਨਾਈਟਿਡ ਸਟੇਟਸ ਔਰ ਚੀਨ ਦੇ ਵਿੱਚ। ਇਸੇ ਤਰ੍ਹਾਂ ਆਪਣਾ ਗਲੋਬਲ ਪੇਮੈਂਟ ਜਿਹੜੀਆਂ ਨੇ ਉਹ ਰੇਸ਼ੋ ਜਿਹੜੀ ਹੈ ਚੀਨ ਦੀ 1 to 50 ਹੈ, ਯਾਨੀ 50 ਚੀਨ 'ਚ ਹੁੰਦੀ ਹੈ ਤੇ ਯੂਨਾਈਟਿਡ ਸਟੇਟਸ ਦੇ ਵਿੱਚ 1 ਹੁੰਦੀ ਹੈ। ਤੇ ਮਤਲਬ ਇਹਦੇ ਤੋਂ ਤੁਸੀਂ ਇਹ ਦੇਖੋ ਕਿ ਚੀਨ ਜਿਹੜਾ ਹੈ ਉਹਦੇ ਵਿੱਚ ਕਿੰਨੀ ਤੇਜ਼ੀ ਦੇ ਨਾਲ ਜਿਹੜੀ ਕਨਵੈਨਸ਼ਨਲ ਟੈਕਨੋਲੋਜੀ ਔਰ ਕਨਵੈਨਸ਼ਨਲ ਵੇ ਆਫ ਥਿੰਕਿੰਗ ਸੀਗਾ, ਉਹਦੇ ਵਿੱਚ ਕਿੰਨੀ ਜਲਦੀ, ਯਾਨੀ ਚੰਦ ਸਾਲਾਂ ਦੇ ਵਿੱਚ ਕਿੰਨੀ ਤਬਦੀਲੀ ਆ ਚੁੱਕੀ ਹੈ ਔਰ ਇਹ ਤਬਦੀਲੀ ਅੱਗੇ ਕਿੰਨੀ ਜਲਦੀ ਆਵੇਗੀ। ਅੱਛਾ, ਹੁਣ ਇਹਦੇ 'ਚ ਮੈਂ ਇੱਕ ਹੋਰ ਸਵਾਲ ਜਿਹੜਾ ਨਾ ਉਹ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ ਹੈ ਕਿ ਤੁਹਾਡਾ ਕੀ ਖਿਆਲ ਹੈ ਕਿ ਇਹ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਥਰੂ ਇਹ ਜਿਹੜੀਆਂ ਤਬਦੀਲੀਆਂ ਸੁਸਾਇਟੀ ਦੇ ਵਿੱਚ ਆ ਰਹੀਆਂ ਨੇ ਇੰਨੀ ਤੇਜ਼ੀ ਦੇ ਨਾਲ, ਮਸਲਨ ਚੀਨੀ ਸੁਸਾਇਟੀ 'ਚ ਵਿੱਚ ਆ ਰਹੀਆਂ ਨੇ, ਤੇ ਕਿਆ ਉਹਨਾਂ ਦਾ ਬੰਦੇ ਦੀ ਜਿਹੜਾ ਸ਼ਊਰ ਹੈ, ਬੰਦੇ ਦੀ ਜਿਹੜੀ ਮੱਤ ਹੈ, ਬੰਦੇ ਦੀ ਜਿਹੜੀ ਸੁਰਤ ਹੈ, ਉਹਦੇ ਉੱਤੇ ਵੀ ਕੋਈ ਅਸਰ ਪਵੇਗਾ, ਪਿਆ ਹੈ ਜਾਂ ਪਵੇਗਾ ਜਾਂ ਪਏਗਾ, ਨਹੀਂ ਪਏਗਾ। ਔਰ ਫਿਰ ਇਹ ਹੈ ਕਿ ਕਿਆ ਜਿਹੜੇ ਸੁਸਾਇਟੀ ਦੇ ਇੰਸਟੀਟਿਊਸ਼ਨਸ ਨੇ ਜਿਵੇਂ ਬਣੇ ਨੇ, ਕਿਆ ਉਹਨਾਂ ਤੇ ਵੀ ਫਰਕ ਪਏਗਾ, ਤੇ ਕਿਆ ਇੱਕ ਨਵੀਂ ਸੁਸਾਇਟੀ ਜਿਹੜੀ ਹੈ ਉਹ ਅੱਜ ਦੀ ਜਿਹੜੀ ਦਿਸਣ ਵਾਲੀ ਸੁਸਾਇਟੀ ਹੈ ਉਹਦੇ ਤੋਂ ਬਹੁਤ ਡਿਫਰੈਂਟ ਹੋਏਗੀ। ਇਹਦੇ ਬਾਰੇ 'ਚ ਤੁਸੀਂ ਆਪਣੀ ਰਾਏ ਦਿਓ। ਡਾਕਟਰ ਤੁਹਾਡੇ 3 ਸਵਾਲ ਨੇ, ਤਿੰਨਾਂ ਦਾ ਜਵਾਬ ਹੈ ਯੈਸ। ਹਾਂਜੀ ਹਾਂਜੀ ਹਾਂਜੀ, ਤਿੰਨਾਂ ਦਾ ਜਵਾਬ ਹੈ ਯੈਸ। ਤਿੰਨੇ ਆਦਮੀ ਸ਼ਾਉਰ 'ਤੇ ਵੀ ਫਰਕ ਪਏਗਾ, ਸੁਸਾਇਟੀ 'ਤੇ ਵੀ ਫਰਕ ਪਏਗਾ, ਔਰ ਜਿਹੜੀ ਆਇੰਦਾ ਸੁਸਾਇਟੀ ਆਰਗੇਨਾਈਜੇਸ਼ਨ ਹੋਣੀ ਹੈ ਉਹ ਵੀ ਬਹੁਤ ਮੁਖਤਲਿਫ ਹੋਣੀ ਪਏਗੀ, ਕਿਉਂਕਿ ਜਿਹੜੇ ਹਾਲਾਤ ਬਦਲ ਰਹੇ ਨੇ ਉਹ ਇਸ ਮੌਜੂਦਾ ਜਿਹੜਾ ਸੁਪਰ ਸਟਰਕਚਰ ਇਹਦੇ ਨਾਲ ਗੁਜ਼ਾਰਾ ਨਹੀਂ ਕਰ ਸਕਦੇ। ਸਹੀ, ਮਸਲਨ ਤੁਸੀਂ ਨਾ ਕੋਈ ਕੰਕਰੀਟ ਮਿਸਾਲ ਦਿਓ। ਮਿਸਾਲ ਹੈ ਜੀ ਕਿ ਮੈਂ ਤੇ ਮਿਸਾਲ ਥੋੜਾ ਜਿਹਾ ਵਾਸਤੇ ਹੈ ਜੀ ਇਜਾਜ਼ਤ ਦਿਓ, ਥੋੜਾ ਪਿੱਛੇ ਜਾਵਾਂਗਾ। ਇਜਾਜ਼ਤ, ਮੈਂ ਸਮਝ ਜੀ ਥਰੂ ਜਿਹੜੀ ਹਿਸਟਰੀ ਹੈ ਨਾ, ਟੈਕਨੋਲੋਜੀ ਦੀ ਜਿਹੜੀ ਇੰਪਰੂਵਮੈਂਟ ਹੈ ਉਹਨੇ ਇਨਸਾਨ ਨੂੰ ਨਕਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਜੋ ਇਨਸਾਨ ਮਤਲਬ ਜੇ ਥਰੋ ਕਰਦਾ, ਹੱਥ ਕਰਦਾ, ਤੇ ਉਹ ਲੇਬਰ ਸੇਵਿੰਗ ਡਿਵਾਈਸਿਸ ਕਰਦੇ 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 ਹੁਣ ਉਹ ਬ੍ਰੇਨ ਸੇਵਿੰਗ ਡਿਵਾਈਸਿਸ ਤੇ ਆ ਗਏ ਨੇ ਜੀ। ਜਿਹੜੀ ਡੀਪ ਥਿੰਕਿੰਗ ਹੈ ਉਹ ਹੂ ਬਹੂ ਉਹਨਾਂ ਨੂੰ ਲੱਭੀ ਹੈ, ਉਹ ਸਾਰੀ ਰਿਸਰਚ ਹੋਈ ਹੈ ਔਨ ਹਿਊਮਨ ਬ੍ਰੇਨ ਸਟੱਡੀ। ਉਹਨਾਂ ਨੇ ਪਹਿਲੇ ਨਿਊਰੋਲੋਜੀ ਔਰ ਜਿਹੜੀ ਜਿਤਨੀ ਸਾਇੰਸਿਸ ਹੋਈਆਂ ਨੇ ਥਰੂ, ਤੇ ਉਹਦੀ ਫਿਰ ਉਹਨਾਂ ਦੀ ਨਕਲ ਕਰਨ ਦੀ ਕੋਸ਼ਿਸ਼ ਹੈ, ਲੇਕਿਨ ਲਿਮਿਟਸ ਅਗੇ ਵੀ ਉਹਦੀਆਂ ਹੈ ਨੇ। ਬਟ ਗੱਲ ਹੈ ਜਿਹੜਾ ਤੁਹਾਡਾ ਦੂਜਾ ਦੋਵੇਂ 3 ਸਵਾਲ ਜਿਹੜੇ ਨੇ ਉਹਨਾਂ ਦਾ ਜਵਾਬ ਬੜਾ ਕਲੀਅਰਲੀ ਯੈਸ ਹੈ। ਇਹ ਸਭ ਚੀਜ਼ ਦਾ ਹਿਊਮਨ ਕੌਨਸ਼ੀਅਸ ਦੇ ਉੱਤੇ, ਸੋਚ ਵਿਚਾਰ ਦੇ ਉੱਤੇ, ਥਿੰਕਿੰਗ ਦੇ ਉੱਤੇ, ਤੇ ਉਹਨਾਂ ਦਾ ਇੱਕ ਆਪਣਾ ਨਿਊਰੋਲੋਜੀਕਲ ਸਟਰਕਚਰ ਹੈ ਉਹਦੇ ਉੱਤੇ ਅਸਰ ਜ਼ਰੂਰ ਪਏਗਾ। ਇਹਦੀ ਸ਼ਕਲ ਕੀ ਨਿਕਲਦੀ ਹੈ ਇਹਦੇ ਤੇ ਸੋਚ ਵਿਚਾਰ ਕੀਤੀ ਜਾ ਸਕਦੀ।
ਹਾਂ ਨਹੀਂ ਮੈਂ ਚਾਹੁੰਦਾ ਸਾਂ ਕਿ ਅਸੀਂ ਕੋਈ ਕੰਕਰੀਟ ਮਿਸਾਲ ਲਈਏ। ਮਿਸਾਲ ਦੇ ਤੌਰ ਦੇ ਉੱਤੇ ਕੰਕਰੀਟ ਅਸੀਂ ਮਿਸਾਲ ਸ਼ੁਰੂ ਕਰਨੇ ਆ, ਆਪਣਾ ਪਿੰਡਾਂ ਤੋਂ ਸ਼ੁਰੂ ਕਰਨੇ ਆ ਤੇ ਫਿਰ ਅਸੀਂ ਚੀਨ ਤੇ ਆਉਂਦੇ ਆ। ਮਿਸਾਲ ਦੇ ਤੌਰ ਦੇ ਉੱਤੇ ਜਦੋਂ ਪਿੰਡਾਂ ਦੇ ਵਿੱਚ ਡੰਗਰਾਂ ਦੇ ਨਾਲ ਧੱਗਿਆਂ ਦੇ ਨਾਲ ਵਾਹੀ ਬੀਜੀ ਹੁੰਦੀ ਸੀ ਤੇ ਸਵੇਰੇ ਸਵੇਰੇ ਜਿਹੜੇ ਹਲ ਵਾਹੁਣ ਵਾਲੇ ਨੇ ਉਹ ਖੇਤਾਂ ਤੇ ਪਹੁੰਚ ਜਾਂਦੇ ਸਨ ਤੇ ਫਿਰ ਬਾਅਦ ਦੇ ਵਿੱਚ ਕੋਈ ਜਦੋਂ ਸੂਰਜ ਥੋੜਾ ਜਿਹਾ ਚੜ ਜਾਂਦਾ ਸੀ 10-11 ਵੱਜ ਜਾਂਦੇ ਸਨ ਤੇ ਫਿਰ ਔਰਤਾਂ ਘਰੋਂ ਰੋਟੀ ਲੈ ਕੇ ਆਉਂਦੀਆਂ ਸਨ, ਉਹਨੂੰ ਭੱਤਾ ਕਿਹਾ ਜਾਂਦਾ ਸੀ। ਇਹ ਹਰ ਘਰ ਦੇ ਵਿੱਚ ਭੱਤਾ ਲੈ ਕੇ ਜਾਣਾ ਜਾਂ ਭੱਤਾ ਪਹੁੰਚਾਉਣਾ ਜਿਹੜਾ ਇਹ ਲਾਜ਼ਮੀ ਇੱਕ ਜ਼ਿੰਦਗੀ ਦੀ ਸ਼ਰਤ ਸੀ। ਉਹਦੇ ਲਈ ਪਕਾਉਣਾ ਵੀ ਹੈ, ਉਹਦੇ ਲਈ ਫਿਰ ਲਿਜਾਣਾ ਵੀ ਹੈ। ਅੱਛਾ, ਹੁਣ ਕਿਉਂਕਿ ਹਲ ਵਾਹੁਣ ਜਾਂਦਾ ਹੀ ਕੋਈ ਨਹੀਂ ਹੈ, ਟਰੈਕਟਰ ਜਾ ਕੇ ਥੋੜੀ ਦੇਰ ਲਈ ਜਾ ਕੇ ਤੇ ਆਪਣਾ ਜ਼ਮੀਨ ਵਾਹ ਕੇ ਤੇ ਆ ਜਾਂਦਾ ਹੈ। ਔਰ ਉਹ ਵੀ ਜ਼ਿਆਦਾ ਪੋਸੀਬਿਲਿਟੀ ਇਹ ਹੁੰਦੀ ਹੈ ਕਿ ਟਰੈਕਟਰ ਜਿਹੜਾ ਉਹ ਕਿਰਾਏ ਦੇ ਉੱਤੇ ਲਿਆ ਹੈ ਤੇ ਉਹਦੀ ਕੋਈ ਜ਼ਿੰਮੇਵਾਰੀ ਵੀ ਤੁਹਾਡੇ ਤੇ ਨਹੀਂ ਹੈ, ਤੇ ਇਸ ਲਈ ਉਹ ਸਵੇਰੇ ਖਾਣਾ ਪਕਾ ਕੇ ਤੇ ਭੱਤਾ ਲਿਜਾਣਾ ਜਿਹੜਾ ਹੈ ਉਹ ਜਿਹੜਾ ਕਲਚਰ ਹੈ ਜਾਂ ਉਹ ਜਿਹੜਾ ਪੈਟਰਨ ਸੀ ਉਹ ਬਿਲਕੁਲ ਮੁੱਕ ਗਿਆ, ਖਤਮ ਹੋ ਗਿਆ। ਠੀਕ। ਅੱਛਾ, ਹੁਣ ਤੁਸੀਂ ਆਓ ਚੀਨ ਦੇ ਉੱਤੇ। ਹੁਣ ਚੀਨ ਦੇ ਵਿੱਚ ਇਹ ਜਿਹੜੇ ਫਿਗਰਸ ਦੇ ਰਹੇ ਨੇ, ਫਿਗਰਸ ਇਹ ਦੇ ਰਹੇ ਨੇ ਕਿ ਬਿਲੀਅਨਸ ਤੇ ਨਹੀਂ ਸ਼ਾਇਦ, ਲੇਕਿਨ ਮਿਲੀਅਨਸ ਆਫ ਲੋਕੀ ਜਿਹੜੇ ਨੇ ਉਹ ਹੁਣ ਫੂਡ ਆਰਡਰ ਕਰਦੇ ਨੇ, ਕਿਉਂਕਿ ਉਹਨਾਂ ਨੇ ਕਿਹਾ ਕਿ ਜੀ ਯੂਨਾਈਟਿਡ ਸਟੇਟਸ ਦੀ ਨਿਸਬਤ ਉੱਥੇ 10-20 ਗੁਣਾ ਪਰਸੈਂਟ ਲੋਕ ਜਿਹੜੇ ਨੇ ਉਹ ਜ਼ਿਆਦਾ ਆਰਡਰ ਕਰਦੇ ਨੇ, ਫੂਡ ਜਿਹੜੀ ਆ ਉਹ ਬਾਹਰੋਂ ਆਉਂਦੀ ਆ। ਅੱਛਾ, ਇਹਦਾ ਕੀ ਮਤਲਬ ਹੋਇਆ? ਇਹਨੂੰ ਹੁਣ ਤੁਸੀਂ ਅੱਗੇ ਲਿਜਾਓ। ਇਹਦਾ ਮਤਲਬ ਇਹ ਹੋਇਆ ਕਿ ਪਹਿਲੇ ਘਰ ਦੇ ਵਿੱਚ ਕੋਈ ਵੱਡੀ ਸਿਆਣੀ ਖਾਣਾ ਪਕਾਉਂਦੀ ਸੀ, ਯਾਨੀ ਫੈਮਿਲੀ ਦਾ ਇੰਸਟੀਟਿਊਸ਼ਨ ਉਹਦੇ ਗਿਰਦ ਬਣਿਆ ਸੀ। ਇੱਕ ਵੱਡੀ ਸਿਆਣੀ ਜਿਹੜੀ ਹੈ ਉਹ ਖਾਣਾ ਪਕਾਉਂਦੀ ਸੀ, ਉਹ ਖਾਣਾ ਫਿਰ ਵਰਤਾਉਂਦੀ ਸੀ ਤੇ ਉਹਦੇ ਉੱਤੇ ਡਿਪੈਂਡ ਕਰਦਾ ਸੀ ਪੂਰਾ ਖਾਨਦਾਨ ਖਾਣਾ ਆਪਣਾ ਖਾਣ ਲਈ। ਤੇ ਉਹਦੀ ਵਜ੍ਹਾ ਤੋਂ, ਉਸ ਮੁਸ਼ਤਰਕਾ ਖਾਣੇ ਦੀ ਵਜ੍ਹਾ ਤੋਂ ਔਰ ਪਕਾਉਣ ਦੀ ਵਜ੍ਹਾ ਤੋਂ ਔਰ ਵੰਡਣ ਦੀ ਵਜ੍ਹਾ ਤੋਂ ਇੱਕ ਖਾਸ ਤਰ੍ਹਾਂ ਦੀ ਫੈਮਿਲੀ ਦੇ ਅੰਦਰ ਯੂਨਿਟੀ ਪਾਈ ਜਾਂਦੀ ਸੀ। ਅੱਛਾ, ਹੁਣ ਅਗਰ ਇਹ ਹੈ ਕਿ ਜਿਸ ਬੰਦੇ ਨੂੰ ਵੀ ਘਰ ਚੋਂ ਭੁੱਖ ਲੱਗੀ ਉਹਨੇ ਆਰਡਰ ਕਰਕੇ ਤੇ ਆਪਣੀ ਰੋਟੀ ਮੰਗਵਾ ਕੇ ਖਾ ਲਈ, ਤੇ ਇਹਦਾ ਮਤਲਬ ਇਹ ਹੈ ਕਿ ਹੁਣ ਉਹ ਜਿਹੜੀ ਪੁਰਾਣੀ ਫੈਮਿਲੀ ਦੀ ਬਣਤਰ ਸੀ, ਉਹਦੀ ਜਿਹੜੀ ਸਟਰਕਚਰ ਸੀ, ਜਿਨ੍ਹਾਂ ਗੱਲਾਂ ਤੇ ਉਹ ਖੜਾ ਸੀ, ਉਹ ਕਾਇਮ ਨਹੀਂ ਰਹੇਗਾ। ਇਹ ਗੱਲ ਹੋ ਗਈ। ਦੂਜੀ ਗੱਲ ਇਹ ਹੋ ਗਈ ਕਿ ਹੁਣ ਜੇ ਇਹ ਅੱਗੇ ਚੱਲਦੀ ਰਹਿੰਦੀ ਹੈ ਤੇ ਫਿਰ ਘਰਾਂ ਦੀ ਬਜਾਏ ਖਾਣਾ ਜਿਹੜਾ ਉਹ ਕਿਤੇ ਕਮਰਸ਼ੀਅਲ ਪਲੇਸਿਸ ਤੇ ਬਣਨਾ ਸ਼ੁਰੂ ਹੋ ਜਾਏਗਾ, ਤੇ ਇਹ ਸੁਸਾਇਟੀ ਦੇ ਵਿੱਚ ਇੱਕ ਹੋਰ ਬਹੁਤ ਵੱਡੀ ਤਬਦੀਲੀ ਆ ਜਾਏਗੀ ਕਿ ਜਿਹੜਾ ਖਾਣਾ ਪਕਾਉਣਾ ਹੈ ਉਹ ਕੋਈ ਘਰੇਲੂ ਕੰਮ ਨਹੀਂ ਰਹਿ ਗਿਆ, ਉਹ ਬਲਕਿ ਇੱਕ ਕਲੈਕਟਿਵ ਜਾਂ ਉਹ ਇੱਕ ਮੈਨੂਫੈਕਚਰਿੰਗ ਦੇ ਸੈਕਟਰ ਦੇ ਵਿੱਚ ਚਲਾ ਗਿਆ ਹੈ। ਔਰ ਜਦੋਂ ਮੈਨੂਫੈਕਚਰਿੰਗ ਦੇ ਸੈਕਟਰ ਵਿੱਚ ਵੀ ਚਲਾ ਗਿਆ ਤੇ ਹੁਣ ਤੇ ਉਹ ਜਿਹੜੇ ਹੈ ਨੇ ਮੋਟਰਸਾਈਕਲਾਂ ਦੇ ਉੱਤੇ ਖਾਣਾ ਜਿਹੜਾ ਗਰਮ ਗਰਮ ਖਾਣਾ ਜਿਹੜਾ ਉਹ ਪਹੁੰਚਾਉਂਦੇ ਨੇ ਜਿਨ੍ਹਾਂ ਨੇ ਆਰਡਰ ਕੀਤਾ ਹੁੰਦਾ ਹੈ। ਤੇ ਫਿਰ ਇਹ ਵੀ ਹੋਏਗਾ ਕਿ ਮੋਟਰਸਾਈਕਲਾਂ ਤੇ ਵੀ ਖਾਣਾ ਨਹੀਂ ਜਾਏਗਾ, ਫਿਰ ਹੋ ਸਕਦਾ ਖਾਣਾ ਜਿਹੜਾ ਉਹ ਆਪਣਾ ਬਿਲਕੁਲ ਡਰੋਨਾਂ ਦੇ ਜ਼ਰੀਏ ਜਾਵੇ, ਇਹ ਜਿਹੜੇ ਡਰੋਨ ਉੱਡਦੇ ਨੇ ਉਹਨਾਂ ਦੇ ਜ਼ਰੀਏ ਖਾਣਾ ਜਿਹੜਾ ਉਹ ਪਹੁੰਚਾਇਆ ਜਾਵੇ। ਸੋ ਤੇ ਲਿਹਾਜ਼ਾ ਇਹ ਜਿਹੜੀ ਪੂਰੀ ਇੰਡਸਟਰੀ ਹੈ, ਇਹ ਜਿਹੜੀ ਹੈ ਇਹਦੇ ਵਿੱਚ ਮੁੱਢਲੀ ਤਬਦੀਲੀ ਜਿਹੜੀ ਹੈ ਉਹ ਮਸਲਨ ਇਹਦੇ ਫੈਮਿਲੀ ਦੇ ਇੰਸਟੀਟਿਊਸ਼ਨ ਦੇ ਵਿੱਚ ਹੀ ਇਸ ਤਰ੍ਹਾਂ ਦੀ ਤਬਦੀਲੀ ਆ ਸਕਦੀ ਹੈ। ਅੱਛਾ, ਹੁਣ
ਇੱਕ ਹੋਰ ਆਪਣਾ ਇੱਕ ਹੋਰ ਪੱਖ ਨੂੰ ਲਈਏ ਅਸੀਂ, ਉਹ ਇਹ ਹੈਗਾ ਕਿ ਮਿਸਾਲ ਦੇ ਤੌਰ ਤੇ ਹੁਣ ਜਿਹੜੇ ਬੰਦਾ ਜੰਮਦਾ ਹੈ, ਥੋੜਾ ਵੱਡਾ ਹੁੰਦਾ ਹੈ, ਤੇ ਉਹ ਉਮਰ ਦਾ ਇੱਕ ਹਿੱਸਾ ਪੜ੍ਹਨ ਦੇ ਵਿੱਚ ਔਰ ਕੋਈ ਸਕਿੱਲ ਸਿੱਖਣ ਦੇ ਵਿੱਚ ਲਾਉਂਦਾ ਹੈ, ਤੇ ਬਾਕੀ ਉਮਰ ਉਹਦੇ ਵਿੱਚ ਉਹ ਗੁਜ਼ਾਰ ਦਿੰਦਾ ਹੈ, ਉਹ ਸਕਿੱਲ ਦੀ ਐਪਲੀਕੇਸ਼ਨ ਦੇ ਵਿੱਚ ਗੁਜ਼ਾਰ ਦਿੰਦਾ ਹੈ। ਪਹਿਲੇ ਉਹ ਸਿੱਖਦਾ ਹੈ। ਸਾਡੇ ਹਾਂ ਜਿਹੜੇ ਪੜ੍ਹਨ ਵਾਲੇ ਅਦਾਰੇ ਨੇ, ਅਸੀਂ ਉਹਨਾਂ ਦੇ ਵਿੱਚ 15-15 20-20 ਸਾਲ ਕਮ ਅਜ਼ ਕਮ ਪੜ੍ਹਨੇ ਆ, ਤੇ ਫਿਰ ਉਹ ਜਿਹੜਾ ਪੜ੍ਹਨੇ ਆ ਉਹਦੀ ਬੁਨਿਆਦ ਦੇ ਉੱਤੇ ਫਿਰ ਬਾਕੀ ਉਮਰ ਜਿਹੜੀ ਹੈ ਉਹਨੂੰ ਅਸੀਂ ਗੁਜ਼ਾਰਨੇ ਆ। ਅੱਛਾ, ਲੇਕਿਨ ਫਰਜ਼ ਕਰੋ ਕਿ ਜਿਵੇਂ ਅਸੀਂ ਕਹਿ ਰਹੇ ਹਾਂ ਬਾਰ-ਬਾਰ ਕਿ ਹਿਊਮਨ ਲੇਬਰ ਜਿਹੜੀ ਰਿਡੰਡੈਂਟ ਹੋ ਜਾਏਗੀ, ਅਗਰ ਹਿਊਮਨ ਲੇਬਰ ਰਿਡੰਡੈਂਟ ਹੋ ਜਾਂਦੀ ਹੈ ਤੇ ਫਿਰ ਪੜ੍ਹਾਈ ਕਾਹਦੇ ਲਈ ਕੀਤੀ ਜਾਏ, ਕਿਉਂ ਪੜ੍ਹਿਆ ਜਾਵੇ? ਹੁਣ ਤੇ ਜ਼ਿਹਨ ਦੇ ਵਿੱਚ ਹੁੰਦਾ ਨਾ ਜੀ ਕਿ ਅਸੀਂ ਪੜ੍ਹ ਕੇ ਤੇ ਫਿਰ ਨੌਕਰੀ ਕਰਾਂਗੇ ਤੇ ਜਾਂ ਆਪਣਾ ਕਾਰੋਬਾਰ ਕਰਾਂਗੇ, ਤੇ ਜੇ ਹਿਊਮਨ ਲੇਬਰ ਵੈਸੇ ਹੀ ਰਿਡੰਡੈਂਟ ਹੋ ਗਈ ਹੈ ਤੇ ਫਿਰ ਪੜ੍ਹਨਾ ਕਾਹਦੇ ਲਈ ਹੈ? ਤੇ ਫਿਰ ਕੀ ਪੜ੍ਹਨਾ ਚਾਹੀਦਾ ਹੈ? ਇਹ ਵੀ ਨਾਲ ਗੱਲ ਹੈ, ਕੀ ਪੜ੍ਹਨਾ ਕਿਉਂ ਚਾਹੀਦਾ ਹੈ, ਕੀ ਪੜ੍ਹਨਾ ਚਾਹੀਦਾ? ਤੇ ਜੇ ਇਹ ਨਹੀਂ ਹੈ ਤੇ ਫਿਰ ਇੰਨੇ ਵੱਡੇ ਵੱਡੇ ਸਕੂਲਾਂ ਕਾਲਜਾਂ ਦੀਆਂ ਬਿਲਡਿੰਗਾਂ ਦੀ ਲੋੜ ਕੀ ਹੈ? ਇਹ ਵੀ ਤੇ ਵੀ ਗੌਰ ਕਰੋ। ਫਿਰ ਇਹ ਕਿ ਅਮਰੀਕਾ ਦੇ ਵਿੱਚ ਅਗਰ ਤੁਸੀਂ ਦੇਖੋ ਤੇ ਹਰ ਪ੍ਰਾਇਮਰੀ ਤੋਂ ਹਾਈ ਸਕੂਲ ਤੱਕ ਲੱਖਾਂ ਬੱਸਾਂ ਨੇ ਜਿਹੜੀਆਂ ਸਟੂਡੈਂਟਸ ਨੂੰ ਢੋ ਰਹੀਆਂ ਨੇ, ਔਰ ਉਹਨਾਂ ਦੇ ਵਿੱਚ ਲੱਖਾਂ ਕਈ ਲੱਖ ਬੰਦੇ ਨੇ ਜਿਹੜੇ EMPLOYED ਨੇ ਉਹਨਾਂ ਬੱਸਾਂ ਦੇ ਉੱਤੇ ਤੇ ਉਹਨਾਂ ਸਕੂਲਾਂ ਨੂੰ ਚਲਾਉਣ ਦੇ ਉੱਤੇ। ਤੇ ਜੇ ਫਰਜ਼ ਕਰੋ ਇਹ ਸਟੇਜ ਤੇ ਬੰਦਾ ਪਹੁੰਚ ਜਾਂਦਾ ਹੈ ਕਿ ਇੱਕ ਤੇ ਜਿਹੜੀ ਪੜ੍ਹਾਈ ਹੈ ਉਹਦੀ ਨੇਚਰ ਹੋਰ ਹੈ, ਉਹਦੀ ਨੇਚਰ ਇਹ ਨਹੀਂ ਹੈ ਕਿ ਉਹਦੇ ਨਾਲ ਮੈਂ ਕੋਈ ਨੌਕਰੀ ਕਰਨੀ ਹੈ, ਤੇ ਫਿਰ ਔਰ ਦੂਜੀ ਕੋਈ ਇਹਦੀ ਲੋੜ ਨਹੀਂ ਹੈਗੀ ਕਿ ਕੋਈ ਸਕੂਲ ਕਾਲਜ ਦੀ ਬਿਲਡਿੰਗ ਬਣਾ ਕੇ ਤੇ ਉਹਦੇ ਵਿੱਚ ਨਿਆਣਿਆਂ ਨੂੰ ਜਾਂ ਸਿਆਣਿਆਂ ਨੂੰ ਇਕੱਠਾ ਕਰਕੇ ਪੜ੍ਹਾਇਆ ਜਾਏ, ਤੇ ਫਿਰ ਉਹ ਸਾਰੀਆਂ ਬਿਲਡਿੰਗਾਂ, ਉਹ ਸਾਰਾ ਜਿਹੜਾ ਇਨਫਰਾਸਟ੍ਰਕਚਰ ਹੈ, ਫਿਰ ਉਹਦੀ ਲੋੜ ਨਹੀਂ ਹੈਗੀ। ਕਿਉਂਕਿ ਤੁਸੀਂ ਦੇਖੋ ਨਾ, ਹੁਣ ਅਸੀਂ ਇਹ ਆਰਗੂਮੈਂਟ ਦਿੱਤਾ ਜਾਂਦਾ ਕਿ ਇਨਸਾਨ ਨੂੰ ਫਿਰ ਵੀ ਇੱਕ ਦੂਜੇ ਦੇ ਨਾਲ ਗੱਲ ਕਰਨ ਦੀ ਲੋੜ ਪੈਂਦੀ ਹੈ, ਇੱਕ ਦੂਜੇ ਦੇ ਨਾਲ ਉਹਨੂੰ ਮੇਲ ਮਿਲਾਪ ਦੀ ਸੋਸ਼ਲਾਈਜੇਸ਼ਨ ਹੁੰਦੀ ਹੈ। ਤੇ ਫਰਜ਼ ਕਰੋ ਟੈਕਨੋਲੋਜੀ ਦੇ ਜ਼ਰੀਏ ਇੱਕ ਆਪਣਾ ਕੰਪਿਊਟਰ ਦੇ ਉੱਤੇ ਹੀ ਇੱਕ ਬਕਾਇਦਾ ਕਮਰਾ ਕ੍ਰੀਏਟ ਹੋ ਜਾਂਦਾ ਹੈ, ਕਮਰੇ ਦੇ ਵਿੱਚ ਸੀਟਾਂ ਲੱਗ ਜਾਂਦੀਆਂ ਨੇ, ਸੀਟਾਂ ਦੇ ਆ ਕੇ ਸਟੂਡੈਂਟ ਜਿਹੜੇ ਨੇ ਉਹ ਬਹਿ ਜਾਂਦੇ ਨੇ, ਉਹ ਆਪਸ ਵਿੱਚ ਵੀ ਗੱਲਾਂ ਕਰ ਰਹੇ, ਜਿਹੜਾ ਹੁਣ ਨਹੀਂ ਹੋ ਰਿਹਾ, ਉਹ ਆਪਸ ਵਿੱਚ ਵੀ ਗੱਲਾਂ ਕਰ ਰਹੇ ਨੇ, ਉਹ ਟੀਚਰ ਨਾਲ ਵੀ ਜਿਹੜਾ ਹੈ ਉਹ ਆਪਣਾ ਕਮਿਊਨੀਕੇਟ ਕਰ ਰਹੇ ਨੇ, ਔਰ ਉਹ ਪੂਰਾ ਮਾਹੌਲ ਜਿਹੜਾ ਹੈ ਉਹ ਬਣਿਆ। ਅੱਛਾ, ਹੁਣ ਜਿੱਥੋਂ ਤੱਕ ਫਿਜ਼ੀਕਲ ਸੋਸ਼ਲਾਈਜੇਸ਼ਨ ਦਾ ਤਾਲੁਕ ਹੈ, ਉਹ ਹੁਣ ਜਿੰਨਾ ਪੈਰਾਮੀਟਰਸ ਦੇ ਉੱਤੇ ਬਣਿਆ ਉਹ ਪੈਰਾਮੀਟਰਸ ਤੇ ਬਾਕੀ ਨਹੀਂ ਰਹਿਣਗੇ, ਕਿਉਂਕਿ ਬੰਦੇ ਨਾ ਦਫ਼ਤਰਾਂ 'ਚ ਕੰਮ ਕਰਨ ਜਾ ਰਹੇ ਨੇ ਤੇ ਨਾ ਹੀ ਹੋਰ ਜਿਹੜੀ ਮਜ਼ਦੂਰੀ ਦੇ ਕੰਮ ਨੇ ਉਹ ਵੀ ਬੰਦੇ ਨਹੀਂ ਕਰ ਰਹੇ, ਉਹ ਵੀ ਜਿਹੜੇ ਨੇ ਉਹ ਰੋਬੋਟਸ ਔਰ ਜਿਹੜੇ ਆਟੋਮੇਸ਼ਨ ਹੈ ਉਹਦੇ ਨਾਲ ਹੋ ਰਹੇ ਨੇ। ਤੇ ਫਿਰ ਲੋਕੀ ਔਰ ਫਿਰ ਜਿਹੜੇ ਬੱਚੇ ਨੇ ਉਹ ਕਿਵੇਂ ਪਲ ਰਹੇ ਨੇ, ਉਹਦੇ ਉੱਤੇ ਵੀ ਤੁਹਾਨੂੰ ਸਾਨੂੰ ਗੌਰ ਕਰਨਾ ਪਏਗਾ ਕਿ ਕਿਆ ਜਿਹੜੇ ਬੱਚੇ ਨੇ ਉਹ ਹਰ ਮਾਂ ਪਿਓ ਆਪਣੇ ਘਰ ਵਿੱਚ ਬੱਚੇ ਪਾਲਣਗੇ, ਕਿਉਂਕਿ ਵੈਸੇ ਤਾਂ ਉਹਨਾਂ ਕੋਲ ਕੰਮ ਹੋਣਾ ਜ਼ਿਆਦਾ ਕੋਈ ਨਹੀਂ ਹੈ, ਲੇਕਿਨ ਕਿਆ ਉਹ ਆਪਣਾ ਸੋਸ਼ਲ ਟਾਈਪ ਦੇ ਸਕੂਲ ਬਣਾਉਣਗੇ ਜਿਹਦੇ ਵਿੱਚ ਬੱਚਿਆਂ ਨੂੰ ਕਲੈਕਟਿਵਲੀ ਪਾਲਿਆ ਜਾਵੇ ਔਰ ਟ੍ਰੇਨ ਕੀਤਾ ਜਾਏ, ਵਗੈਰਾ ਵਗੈਰਾ ਕਈ ਪੋਸਿਬਿਲਿਟੀਜ਼ ਨੇ।
ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਅਗਰ ਇਹ ਸਾਰਾ ਕੁਝ ਹੋ ਜਾਂਦਾ ਹੈ, ਇਸ ਤਰ੍ਹਾਂ ਹੋ ਜਾਂਦਾ ਹੈ, ਤੇ ਫਿਰ ਜਿਹੜੇ ਮੁਲਕ ਦੇ ਸਾਰੇ ਅਦਾਰੇ ਨੇ, ਮੁਲਕਾਂ ਦੇ ਜਿਹੜੇ ਸਾਰੇ ਅਦਾਰੇ ਨੇ, ਉਹਨਾਂ ਵਿੱਚ ਜਿਹੜੀ ਹੈ ਸਟੇਟ ਗਵਰਨਮੈਂਟ ਜਿਹਨੂੰ ਅਸੀਂ ਕਹਿੰਦੇ ਆ ਉਹਦਾ ਅਦਾਰਾ ਹੈ, ਦੂਜੇ ਅਦਾਰੇ ਨੇ, ਉਹ ਸਾਰੇ ਅਦਾਰੇ ਵੀ ਫਿਰ ਇੰਜ ਨਹੀਂ ਰਹਿਣਗੇ, ਉਹ ਸਾਰੇ ਅਦਾਰੇ ਵੀ ਕੰਪਲੀਟਲੀ ਬਦਲ ਜਾਣਗੇ। ਕੀ ਖਿਆਲ ਹੈ ਤੁਹਾਡਾ ਇਹਦੇ ਬਾਰੇ ਚ? ਹਾਂਜੀ ਡਾਕਟਰ ਸਾਹਿਬ, ਉਸ ਦੁਨੀਆ 'ਚ ਸ਼ਾਇਦ ਇੰਨੇ ਬੰਦਿਆਂ ਦੀ ਫਿਰ ਲੋੜ ਹੀ ਕੋਈ ਨਹੀਂ ਹੋਏਗੀ ਜੀ, ਜਿੱਥੇ ਚੰਦ ਇੱਕ ਰਿਪੋਰਟ ਕੰਮ ਕਰਨਗੇ ਤੇ ਅੱਗੇ ਉਹ ਜ਼ਾਹਰ ਜਿਹੜਾ ਰਿਪੋਰਟਸ ਨੂੰ ਕਿਤੇ ਇੱਕ ਜਗ੍ਹਾ ਇਕੱਠੇ ਕਰਨ ਵਾਲਾ, ਜਿਹਨੂੰ ਹਾਜ਼ਰ ਕਹਿੰਦੇ ਹੋ ਜਾਂ ਧਨਪਾਲ, ਉਹਦੀ ਤੇ ਇੱਕ ਅਥਾਰਟੀ ਹੋਏਗੀ ਸਰ। ਫਿਰ ਉਹ ਜਿਹਨੂੰ ਦੇਣਾ ਚਾਹੇਗਾ ਜਾਂ ਜਿਹਨੂੰ ਨਹੀਂ ਦੇਣਾ ਚਾਹੇਗਾ ਤੇ ਉਹਦੇ ਤਹਿਤ ਉਹ ਸੁਸਾਇਟੀ ਦਾ ਸ਼ਾਇਦ ਸਟਰਕਚਰ ਹੀ ਬਦਲ ਜਾਏਗਾ ਸਾਰਾ ਜੀ। ਬਿਲਕੁਲ, ਮਤਲਬ ਇਹ ਹੈ ਕਿ ਜਿਸ ਜਿਨ੍ਹਾਂ ਪੈਰਾਮੀਟਰਸ ਤੇ ਜਿਨ੍ਹਾਂ ਕੰਡੀਸ਼ਨ ਦੇ ਅੰਡਰ ਹੁਣ ਜਿਹੜੀ ਇਨਕਮ ਡਿਸਟ੍ਰੀਬਿਊਸ਼ਨ ਹੋ ਰਹੀ ਹੈ ਲੋਕਾਂ ਦੇ ਵਿੱਚ, ਜਿਹੜੀ ਪੈਦਾਵਾਰ ਵੰਡੀ ਜਾ ਰਹੀ ਹੈ, ਤੇ ਫਿਰ ਤੇ ਇਹ ਵਾਲੀ ਜਿਹੜੀ ਹੈਗੀ ਹੈ, ਇਹ ਵਾਲੀ ਪੈਦਾਵਾਰ, ਇਹ ਵਾਲੀ ਸੂਰਤ ਹਾਲ ਤੇ ਬਾਕੀ ਨਹੀਂ ਰਹੇਗੀ ਫਿਰ। ਦੂਸਰਾ ਇਹ ਵੀ ਜਾਪਦਾ ਹੈ ਡਾਕਟਰ ਸਾਹਿਬ ਕਿ ਨੇਚਰ ਦੀਆਂ ਜਿਹੜੀਆਂ ਚੀਜ਼ਾਂ ਨੇ, ਮਸਲਨ ਉਹ ਨਿਐਂਡਰਥਲ ਕਹਿ ਲਵੋ, ਜਿਸ ਤਰ੍ਹਾਂ ਉਹ ਪ੍ਰਿਮਿਟਿਵ ਉਹਨਾਂ ਦੀ ਲਾਈਫ ਸੀ, ਤੇ ਉਧਰ ਤੇ ਨਹੀਂ ਕਿਧਰੇ ਪਰਤ ਗਿਆ ਕਿ ਭਾਈ ਇੱਧਰ ਉਹਨੀ ਜਿਹੜੀ ਸੁਸਾਇਟੀ ਇਹ ਮੈਂ ਬਣਾਈ ਸੀ ਇਹ ਤੇ ਟੁੱਟ ਭੱਜ ਗਈ ਏ, ਤੇ ਥੋੜਿਆਂ ਦੀ ਲੋੜ ਹੈ, ਮੇਰੀ ਤੇ ਲੋੜ ਹੀ ਕੋਈ ਨਹੀਂ, ਜਾਂ ਮੈਂ ਉਹਨਾਂ ਕੰਫੀਡੈਂਟ ਨਹੀਂ, ਮੇਰੇ ਕੋਲ ਤੇ ਉਹ ਟੈਕਨੀਕ ਕੋਈ ਨਹੀਂ, ਐਲਗੋਰਿਦਮ ਮੈਨੂੰ ਨਹੀਂ ਆਉਂਦਾ, ਤੇ ਏਡੇ ਵੱਡੇ ਸਕੇਲ ਤੇ ਨਹੀਂ ਆਉਂਦਾ, ਮੈਂ ਉਹਦੇ 'ਚ ਕਿਧਰੇ ਖਪਾ ਮੈਂ ਬਣਾ ਕੇ ਕਿਸੇ ਨੂੰ ਵੇਚਾਂ, ਉਹ ਪਰਤ ਕੇ ਜੰਗਲਾਂ ਵੱਲ ਪਰਤੇਗਾ ਜੀ। ਨਹੀਂ, ਇਹ ਨਹੀਂ ਹੋਏਗਾ। ਉਹਦੀ ਵਜ੍ਹਾ ਇਹ ਹੈ ਕਿ ਜਿਹੜੀ ਨਵੀਂ ਸਟੇਜ ਹੁੰਦੀ ਹੈ ਉਹ ਪਹਿਲੇ ਤੋਂ ਅਗਲੀ ਸਟੇਜ ਹੁੰਦੀ ਹੈ। ਮਤਲਬ ਇਹ ਹਿਸਟਰੀ ਵਿੱਚ ਕਦੀ ਨਹੀਂ ਹੋਇਆ ਕਿ ਤੁਸੀਂ, ਮੈਂ ਤੁਹਾਨੂੰ ਉਹਦੀ ਮੋਟੀ ਜਿਹੀ ਮਿਸਾਲ ਦੇ ਦਿੰਦਾ, ਜਿਹੜਾ ਬੰਦਾ ਸ਼ਹਿਰ ਆ ਜਾਂਦਾ ਨਾ ਉਹ ਮੁੜ ਕੇ ਪਿੰਡ ਨਹੀਂ ਜਾਂਦਾ, ਤੇ ਜਿਹੜਾ ਬੰਦਾ ਪਾਕਿਸਤਾਨ ਦੇ ਸ਼ਹਿਰ ਤੋਂ ਅਮਰੀਕਾ ਜਾਂ ਬਰਤਾਨੀਆ ਜਾਂ ਯੂਰਪ ਚ ਆ ਜਾਂਦਾ ਉਹ ਫਿਰ ਵਾਪਸ ਪਾਕਿਸਤਾਨ ਨਹੀਂ ਜਾਂਦਾ। ਕਹਿਣ ਦਾ ਮਤਲਬ ਇਹ ਹੈ ਕਿ ਉਹ ਜਿਹੜੀ ਸਟੇਜ ਜਿਹਦੀ ਤੁਸੀਂ ਗੱਲ ਕਰ ਰਹੇ ਹੋ ਉਹ ਜੰਗਲਾਂ ਦੀ ਨਹੀਂ ਹੋਏਗੀ, ਉਹ ਇਨਸਾਨਾਂ ਦੀ ਇਹੋ ਹੀ ਜਿਹੜੀ ਸੁਸਾਇਟੀ ਹੈ ਇਹਦੀ ਕੋਈ ਅਗਲੀ ਸ਼ਕਲ ਹੋਏਗੀ, ਇਹਦੀ ਕੋਈ ਬਿਹਤਰ ਜਾਂ ਇਹਦੀ ਕੋਈ ਸੋਫਿਸਟੀਕੇਟਡ ਜਿਹੜੀ ਹੈ ਸ਼ਕਲ ਹੋਏਗੀ। ਲੇਕਿਨ ਇਹਦੇ ਵਿੱਚ ਇੱਕ ਹੋਰ ਗੱਲ ਵੀ ਤੁਸੀਂ ਜ਼ਿਹਨ ਵਿੱਚ ਰੱਖੋ ਕਿ ਦੁਨੀਆ ਦੇ ਵਿੱਚ 7 ਵੱਡੀਆਂ ਕੰਪਨੀਆਂ ਨੇ ਜਿਨ੍ਹਾਂ ਦੇ ਕੋਲ ਇਹ ਸਾਰੀ ਨੋ ਹਾਉ ਇਕੱਠੀ ਹੋ ਰਹੀ ਹੈ। ਉਹਨਾਂ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਹੈ ਉਹ ਗੂਗਲ ਹੈ, ਔਰ ਗੂਗਲ ਜਿਹੜਾ ਹੈਗਾ ਉਹਦੀ ਗੂਗਲ ਦੀ ਜਿਹੜੀ ਰਿਸਰਚ ਔਰ ਡਿਵੈਲਪਮੈਂਟ ਦਾ ਜਿਹੜਾ ਬਜਟ ਹੈ ਉਹ ਯੂਨਾਈਟਿਡ ਸਟੇਟਸ ਮੁਲਕ ਦੇ ਰਿਸਰਚ R&D ਦੇ ਬਜਟ ਨਾਲੋਂ ਜ਼ਿਆਦਾ ਹੈ, ਸਿਰਫ ਗੂਗਲ ਦਾ। ਗੂਗਲ ਹੈ, ਫਿਰ ਤੁਸੀਂ ਸਮਝੋ ਕਿ ਮਾਈਕਰੋਸਾਫਟ ਹੈ ਦੂਜਾ, ਤੀਜੀ ਆਪਣਾ ਫੇਸਬੁੱਕ ਹੈ, ਚੌਥਾ ਐਮਾਜ਼ੋਨ ਹੈ, ਪੰਜਵਾਂ ਅਲੀਬਾਬਾ ਹੈ ਜਿਹੜਾ ਚੀਨ ਦਾ, ਛੇਵਾਂ ਬੇਡੋ ਹੈ ਜਿਹੜਾ ਚੀਨ ਦਾ, ਸੱਤਵਾਂ ਵੀ ਜਿਹੜਾ ਉਹ ਚੀਨ ਦਾ ਟੈਂਸੈਂਟ ਕੀ ਉਹਦਾ ਨਾਮ ਹੈਗਾ। ਇਹ 7 ਨੇ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਪੂਰੀ ਟੈਕਨੋਲੋਜੀ ਇਕੱਠੀ ਹੋ ਰਹੀ ਹੈ, ਔਰ ਉਹ ਉਸ ਟੈਕਨੋਲੋਜੀ ਨੂੰ ਅੱਗੇ ਡਿਵੈਲਪ ਕਰਕੇ, ਅੱਗੇ ਇੰਪਰੂਵ ਕਰਕੇ ਉਹ ਭੇਜ ਰਹੇ ਨੇ। ਅੱਛਾ, ਸੋ ਲਿਹਾਜ਼ਾ ਇਹਦੇ ਵਿੱਚ ਇਹ ਹੈ ਕਿ ਇਹਨੂੰ ਹੁਣ ਇਸ ਸਟੇਜ ਦੇ ਉੱਤੇ ਕੀ ਹੋਏਗਾ ਤੇ ਅਗਲੀ ਸਟੇਜ ਤੇ ਕੀ ਹੋਏਗਾ।
ਅਜੇ ਤੱਕ ਜਿਹੜੀ ਡੀਪ ਲਰਨਿੰਗ ਹੈ, ਮੈਂ ਤੁਹਾਨੂੰ ਪਹਿਲੇ ਵੀ ਕਿਹਾ ਸੀ, ਅਜੇ ਤੱਕ ਤੇ ਜਿਹੜੀ ਡੀਪ ਲਰਨਿੰਗ ਹੈ ਉਹ ਫਾਈਨਲ ਡਿਸਕਵਰੀ ਹੈਗੀ ਹੈ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵਿੱਚ। ਤੇ ਜਿੰਨੀ ਉਹਦੇ ਵਿੱਚ ਹੋਣੀ ਸੀ ਉਹ ਹੋ ਚੁੱਕੀ ਹੈ, ਯਾਨੀ ਜਿੰਨੀ ਬ੍ਰੇਕ ਥਰੂ ਉਸ ਟੈਕਨੋਲੋਜੀ ਦੇ ਵਿੱਚ ਹੋਣੀ ਸੀ ਉਹ ਹੋ ਚੁੱਕੀ ਹੈ। ਲੇਕਿਨ ਹੁਣ ਜਿਹੜੀ ਹੈ ਉਹਨੂੰ ਇੰਪਲੀਮੈਂਟੇਸ਼ਨ ਦਾ ਮਸਲਾ ਹੈ। ਇੰਪਲੀਮੈਂਟੇਸ਼ਨ ਜਿਹੜੀ ਉਹਦੀ ਹੈਗੀ ਹੈ ਉਹ ਦੇ ਲਈ ਕੋਈ ਕ੍ਰੀਏਟਿਵ ਐਕਸੈਪਸ਼ਨਲ ਇੰਡੀਵਿਜੂਅਲ ਨਹੀਂ ਚਾਹੀਦੇ, ਬਲਕਿ ਉਹਦੇ ਲਈ ਜਿਹੜੇ ਪੜ੍ਹੇ ਲਿਖੇ ਇੰਜੀਨੀਅਰਸ ਨੇ ਉਹ ਚਾਹੀਦੇ ਨੇ, ਜਿਹੜੇ ਕਿ ਉਹ ਜਿਹੜੀ ਟੈਕਨੋਲੋਜੀ ਹੈ ਉਹਦੀ ਜਿਹੜੀ ਹੈਗੀ ਹੈ ਉਹਦੀ ਲੌਗਰਿਜ਼ਮ ਲਿਖ ਸਕਣ। ਲੇਕਿਨ ਇਹ ਹੈ ਕਿ ਨਾਲ ਇਹ ਵੀ ਕਿਹਾ ਜਾ ਰਿਹਾ ਹੈਗਾ ਕਿ ਇੱਕ ਅਗਰ ਫਰਜ਼ ਕਰੋ ਡੀਪ ਲਰਨਿੰਗ ਦੀ ਅਗਲੀ ਟੈਕਨੋਲੋਜੀ ਕਿਸੇ ਨੇ ਇਨਵੈਂਟ ਕਰ ਲਈ, ਡੀਪ ਲਰਨਿੰਗ ਤੋਂ ਵੀ ਅੱਗੇ ਦੀ, ਔਰ ਉਹਦੀ ਜ਼ਿਆਦਾ ਇਮਕਾਨ ਇਹ ਕਹਿ ਰਹੇ ਨੇ ਕਿ ਐਜੂਕੇਸ਼ਨਲ ਇੰਸਟੀਟਿਊਸ਼ਨ 'ਚ ਹੋਏਗਾ ਜਾਂ ਅਮਰੀਕਾ ਦੇ ਵਿੱਚ ਜਾਂ ਚੀਨ ਦੇ ਵਿੱਚ। ਅਗਰ ਉਹਦੀ ਅਗਲੀ ਸ਼ਕਲ ਉਹਨਾਂ ਨੇ ਕੱਢ ਲਈ ਤੇ ਫਿਰ ਇੱਕ ਬਿਲਕੁਲ ਹੀ ਕਿਸੇ ਦੂਜੇ ਲੈਵਲ ਦੇ ਉੱਤੇ, ਬਿਲਕੁਲ ਹੀ ਮੁਖਤਲਿਫ ਲੈਵਲ ਦੇ ਉੱਤੇ ਜਿਹੜੀ ਹੈ ਉਹ ਸੂਰਤ ਹਾਲ ਚਲੇ ਜਾਏਗੀ। ਔਰ ਇਹ ਜਿਹੜਾ ਜੋ ਕੁਝ ਹੋ ਰਿਹਾ ਹੈ ਇਹ ਜਿਹੜਾ ਹੈ ਇਹ ਵੀ ਹੋ ਸਕਦਾ ਹੈ ਫਿਰ ਰਿਡੰਡੈਂਟ ਹੋ ਜਾਵੇ, ਕਿਉਂਕਿ ਹੁਣ ਤੇ ਇਹ ਹੋ ਰਿਹਾ ਕਿ ਜਿਹੜੀ ਡੀਪ ਲਰਨਿੰਗ ਦੀ ਟੈਕਨੋਲੋਜੀ ਹੈ, ਇਹ ਜਿਹੜੇ ਸਾਰੇ ਇੰਜੀਨੀਅਰਸ ਨੇ ਉਹਦੇ ਨਾਲ ਹੀ ਖੇਡ ਰਹੇ ਨੇ, ਉਹਨੂੰ ਟਿੰਕਰ ਕਰ ਰਹੇ ਨੇ ਸੱਜਿਓਂ ਖੱਬਿਓਂ, ਔਰ ਉਹਦੇ ਵਿੱਚ ਹੀ ਜਿਹੜੀਆਂ ਉਹਦੀਆਂ ਮੁਖਤਲਿਫ ਇੰਪਲੀਮੈਂਟੇਸ਼ਨ ਨੇ ਉਹ ਕਰ ਰਹੇ ਨੇ। ਤੇ ਲੇਕਿਨ ਇਹ ਹੈ ਕਿ ਉਹਦੇ ਵਿੱਚ ਕੋਈ ਬੁਨਿਆਦੀ ਜਿਹੜੀ ਬ੍ਰੇਕ ਥਰੂ ਹੈ ਉਹ ਨਹੀਂ ਹੈਗੀ। ਤੇ ਆਪਣਾ ਲੇਕਿਨ ਬ੍ਰੇਕ ਥਰੂ ਦੇ ਇਮਕਾਨਾਤ ਹੈ ਨੇ। ਅੱਛਾ, ਹੁਣ ਜਿਹੜੀ ਟੈਕਨੋਲੋਜੀ ਹੈ ਜਿਹੜੀ ਇਸ ਵੇਲੇ ਤੱਕ ਮੌਜੂਦ ਹੈ, ਉਹ ਜਿਹੜੀ ਹੈ ਉਹਦੇ ਵਿੱਚ 4 ਤਰ੍ਹਾਂ ਦੇ ਫੈਕਟਰਸ ਨੇ ਜਿਹੜੇ ਉਹਨੂੰ ਇੱਕ ਮੁਲਕ ਨੂੰ ਦੂਜੇ ਮੁਲਕ ਦੇ ਤੋਂ ਅੱਗੇ ਲਿਜਾ ਸਕਦੇ ਨੇ। ਮੈਂ ਪਹਿਲੇ ਵੀ ਕਿਹਾ ਸੀ, ਉਹ ਪਹਿਲਾ ਤੇ ਹੈਗਾ ਕਿ ਅਬੰਡੈਂਟ ਆਫ ਡੇਟਾ ਜਿਹੜਾ ਹੈ ਉਹਦਾ ਬੇਸ ਬਹੁਤ ਵੱਡਾ ਹੋਵੇ। ਦੂਜੀ ਇਹ ਹੈਗੀ ਹੈ ਕਿ ਇੰਟਰਪ੍ਰੀਨਿਓਰਸ ਹੋਣ, ਜਿਹੜੇ ਕਿ ਉਸ ਨਵੀਆਂ ਚੀਜ਼ਾਂ ਦੇ ਵਿੱਚ ਸਰਮਾਇਆਕਾਰੀ ਕਰ ਸਕਣ। ਉਹ ਕਲਾਸ ਬੜੀ ਵੱਡੀ ਹੋਵੇ, ਜਿਹੜੀ ਕਿ ਚੀਨ ਵਿੱਚ ਵੱਡੀ ਹੈਗੀ ਹੈ, ਅਮਰੀਕਾ ਵਿੱਚ ਵੀ ਹੈ, ਲੇਕਿਨ ਉਨੀ ਵੱਡੀ ਨਹੀਂ ਹੈਗੀ। ਤੀਜੀ ਹੈਗੀ ਹੈ ਕਿ ਤੁਹਾਡੇ ਕੋਲ ਟ੍ਰੇਨਡ ਇੰਜੀਨੀਅਰਸ ਦੀ ਜਿਹੜੇ ਟੈਕਨੋਲੋਜੀ ਨੂੰ ਇੰਪਲੀਮੈਂਟ ਕਰ ਸਕਣ, ਉਹਨਾਂ ਦੀ ਇੱਕ ਪੂਰੀ ਫੌਜ ਹੋਵੇ, ਜਿਹੜੀ ਮੁਖਤਲਿਫ ਚੀਜ਼ਾਂ ਨੂੰ ਹੌਲੀ ਹੌਲੀ ਜਿਹੜਾ ਹੈ ਉਹ ਆਪਣਾ ਕਰ ਸਕੇ, ਤਬਦੀਲ ਕਰ ਸਕੇ। ਅੱਛਾ, ਤੇ ਚੌਥੀ ਜਿਹੜੀ ਹੈਗੀ ਹੈ ਉਹ ਇਹ ਹੈ ਕਿ ਜਿਹੜੀ ਸਰਕਾਰ ਹੈ, ਹਕੂਮਤ ਹੈ, ਉਹਦੀਆਂ ਪਾਲਿਸੀਆਂ ਜਿਹੜੀਆਂ ਨੇ ਉਹ ਕੀ ਨੇ? ਕਿਆ ਉਹ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਇੰਪਲੀਮੈਂਟੇਸ਼ਨ ਲਈ ਜਿਹੜੀਆਂ ਹੈਗੀਆਂ ਨੇ ਉਹ ਸਪੋਰਟਿਵ ਨੇ ਜਾਂ ਸਪੋਰਟਿਵ ਨਹੀਂ ਹੈਗੀਆਂ? ਤੇ ਇਹ ਜਿਹੜੀ ਹੈ ਇਹ ਇੰਜ ਮੇਰੇ ਖਿਆਲ ਦੇ ਵਿੱਚ ਇਹ ਜਿਹੜੇ ਫੈਕਟਰ ਨੇ
ਇਹ ਇਸ ਤਰ੍ਹਾਂ ਕੰਮ ਕਰਦੇ ਨੇ। ਲੇਕਿਨ ਚੀਨ ਦੇ ਵਿੱਚ ਜਿਹੜੀ ਹੈ ਉਹ ਤੇ ਹਰ ਸ਼ਹਿਰ ਦਾ ਜਿਹੜਾ ਮੇਅਰ ਹੈ ਉਹ ਵੀ ਕੋਸ਼ਿਸ਼ ਕਰ ਰਿਹਾ ਕਿ ਉਹ ਦੂਜਿਆਂ ਤੋਂ ਅੱਗੇ ਨਿਕਲ ਜਾਵੇ, ਤੇ ਉਹ ਉਹਨਾਂ ਦੀ ਕੋਸ਼ਿਸ਼ ਹੈ ਕਿ ਉਹ ਐਸੀਆਂ ਸੜਕਾਂ ਬਣਾ ਦੇਣ ਜਿਨ੍ਹਾਂ ਦੇ ਉੱਤੇ ਡਰਾਈਵਰਲੈਸ ਟਰੱਕ ਚੱਲ ਸਕਣ, ਡਰਾਈਵਰਲੈਸ ਕਾਰਾਂ ਚੱਲ ਸਕਣ, ਡਰੋਨ ਜਿਹੜੇ ਨੇ ਉਹ ਸਮਾਨ ਘਰਾਂ 'ਚ ਪਹੁੰਚਾ ਸਕਣ। ਇਹਦੇ ਵਿੱਚ ਚੀਨ ਦੇ ਮੁਖਤਲਿਫ ਇਲਾਕਿਆਂ ਦੇ ਮੇਅਰਸ ਦਾ ਬੜਾ ਮੁਕਾਬਲਾ ਹੋ ਰਿਹਾ ਆਪਸ ਦੇ ਵਿੱਚ, ਤੇ ਇੰਜ ਹੈ ਇਹ ਮੇਰੇ ਖਿਆਲ 'ਚ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਹੈ ਇਹ ਇਸ ਤਰੀਕੇ ਦੇ ਨਾਲ ਪੈਨੀਟ੍ਰੇਟ ਕਰ ਰਹੀ ਹੈ। ਲੇਕਿਨ ਇਹਨੂੰ ਇਮੈਜਿਨ ਕਰਨ ਲਈ ਤੁਹਾਨੂੰ ਆਪਣੇ ਜ਼ਿਹਨ ਦੇ ਵਿੱਚ ਆਪਣੇ ਜ਼ਿਹਨ ਨੂੰ ਬਿਲਕੁਲ ਹੀ ਜਿਹੜਾ ਪੁਰਾਣੇ ਪੈਟਰਨਸ ਨੇ ਉਹਨਾਂ ਨੂੰ ਕੱਢਣਾ ਪਏਗਾ ਤੇ ਨਵੇਂ ਪੈਟਰਨ ਜਿਹੜੇ ਨੇ ਉਹਨਾਂ ਦੇ ਬਾਰੇ ਸੋਚਣਾ ਪਏਗਾ। ਤੇ ਜਿਹੜੇ ਪੁਰਾਣੇ ਪੈਟਰਨਸ ਨੇ ਉਹਨਾਂ ਨੂੰ ਕੱਢਣਾ ਕੋਈ ਸੌਖਾ ਨਹੀਂ ਹੁੰਦਾ, ਉਹ ਬਹੁਤ ਔਖਾ ਹੁੰਦਾ ਹੈ। ਅਸੀਂ ਮੁੜ ਘੇੜ ਕੇ ਅਸੀਂ ਉੱਥੇ ਆ ਜਾਂਦੇ ਹਾਂ ਕਿ ਅੱਛਾ ਜੀ ਫਿਰ ਇਹਦੇ ਵਿੱਚ ਥੋੜੀ ਜਿਹੀ ਇਹ ਤਰੱਕੀ ਹੋ ਗਈ, ਫਿਰ ਉਹਦੇ ਵਿੱਚ ਥੋੜੀ ਜਿਹੀ ਇਹ ਤਰੱਕੀ ਹੋ ਗਈ ਤੇ ਥੋੜੀ ਜਿਹੀ ਇਹ ਤਰੱਕੀ। ਇੰਜ ਨਹੀਂ ਹੈ। ਇਹ ਇੱਕ ਮੈਨੂੰ ਲੱਗਦਾ ਇਹ ਹੈ ਕਿ ਇਹ ਇੱਕ ਟੋਟਲ ਜਿਹੜੀ ਇੱਕ ਇਨਕਲਾਬੀ ਸੂਰਤ ਹਾਲ ਹੈ ਉਹ ਪੈਦਾ ਹੋ ਰਹੀ ਹੈ। ਹਾਂਜੀ, ਕੋਈ ਇਸ ਤੇ ਸਵਾਲ, ਕੋਈ ਕਮੈਂਟ, ਕੋਈ ਕੁਐਸਚਨ? ਹਾਂਜੀ केशव जी। डॉक्टर साहब। हाँ जी डॉक्टर साहब मैं सुन रहे हैं। इजाजत? हाँ जी। मैं एक सवाल नुमा कमेंट करना चाहना कि जेड़े तकन जिससे जी इन्हां दी मोटिवेशन सी अमीर होने दी, अमीर तर अमीर होने दी, उहदे विच टैक्नोलॉजी नूं इन्वेंट करके इस्तेमाल किया ताकि ज़्यादा तो ज़्यादा लेबर सेविंग डिवाइसिस होन, ताकि कैपिटल एक्यूमुलेट होवे। वो करदे 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 हुण असीं इस स्टेज ते आ गए हैं जिस तरह तुसीं दस्सिया बिल्कुल सोना कि 7 कंपनियां ने सारे दुनिया दा गोया वो कैपिटल समेट सकते हैं। इन्हां दी मोरालिटी की हैगी है? होर कसमेटना, क्योंकि हुण इशू आ जाना है। ए मैं सवाल पूछना एक उस जिहदे च असीं अजे तक टच नहीं कीता कि क्या कोई मोरालिटी का रोल है? मोरालिटी तो मुराद मेरी है इंसान का दूजे उत्ते इंसान का कोई फर्ज होना, या गरीबां का कोई अमीरां उत्ते फर्ज होना, या उन्होंने हक होना। जे वो नहीं है, यानी ये पुरानी मार्केट इकोनॉमी चलनी है, वो तो ज़्यादा नज़र आता नहीं चल सकती और ज़्यादा देर, तो फिर की होएगा? देखो ना हुण जिहड़ी साडी जिहड़ी इखलाकियात है, जिहड़ी साडी एथिक्स है, और ਜਿਹੜੇ ਸਾਡੇ ਸੋਚ ਦੇ ਪੈਟਰਨਸ ਜਿਹੜੇ ਸਾਡੇ ਬਣੇ ਨੇ ਉਹ ਉਹਨਾਂ ਦੀ ਸ਼ੁਰੂਆਤ ਕਿੱਥੋਂ ਹੋਈ ਹੈ? ਉਹਨਾਂ ਦੀ ਸ਼ੁਰੂਆਤ ਹੋਈ ਹੈ ਪ੍ਰਾਪਰਟੀ ਓਨਰਸ਼ਿਪ ਤੋਂ। ਪ੍ਰਾਪਰਟੀ ਦੀ ਓਨਰਸ਼ਿਪ ਜਿਹੜੀ ਹੈ ਉਹਦੇ ਉੱਤੇ ਪਹਿਲੇ ਅਸੀਂ ਮੁਕਾਬਲਾ ਕੀਤਾ ਇੱਕ ਦੂਜੇ ਦੇ ਨਾਲ ਕਿ ਕਿਹਦੇ ਕੋਲ ਕਿੰਨੀ ਪ੍ਰਾਪਰਟੀ ਹੈ ਔਰ ਉਹ ਪ੍ਰਾਪਰਟੀ ਦੇ ਉੱਤੇ ਕਿਵੇਂ ਕਿਵੇਂ ਕਬਜ਼ਾ ਕੀਤਾ ਜਾ ਸਕਦਾ ਹੈ। लिहाजा अपना जिहड़ा बंदा है ਉਹਦੀ ਜਿਹੜੀ ਸਾਈਕੋਲੋਜੀ ਬਣੀ, ਉਹਦੀ ਜਿਹੜੀ ਨਫਸੀਆਤ ਬਣੀ, ਉਹ ਇਹ ਬਣੀ ਕਿ ਮੈਂ ਦੂਜੇ ਦੇ, ਪਹਿਲੀ ਗੱਲ ਤੇ ਇਹ ਹੈ ਕਿ ਮੈਂ ਆਪਣੇ ਆਪ ਨੂੰ ਸਸਟੇਨ ਕਿਵੇਂ ਕਰ ਸਕਾਂ, ਠੀਕ ਮਤਲਬ ਆਪਣੇ ਰੋਟੀ ਪਾਣੀ ਦਾ ਕਿਵੇਂ ਬੰਦੋਬਸਤ ਕਰ ਸਕਾਂ। ਤੇ ਦੂਜੀ ਗੱਲ ਇਹ ਹੈਗੀ ਹੈ ਕਿ मैं ਉਹਦੇ 'ਚ ਇੱਕ ਸਾਈਕੋਲੋਜੀ ਪੈਦਾ ਹੋ ਗਈ ਕਿ ਮੈਂ ਦੂਜੇ ਤੋਂ ਅੱਗੇ ਕਿਵੇਂ ਵਧਾਂ।
मतलब जे मेरे को 10 रुपये ने तो मैं 20 रुपये का मालक किवें बना। लिहाजा साडी सारी साइकोलॉजी जिहड़ी है वो साडी इस मोर एंड मोर हासिल करन ते दे विच लग गई और ਉਹਦੇ ਵਿੱਚ ਅਸੀਂ ਸਾਡੇ ਪੇਸ਼ੇ ਬਣੇ, ਉਹਦੇ ਵਿੱਚ ਹੀ ਸਾਡੇ ਸਕਿੱਲਸ ਬਣੀਆਂ, ਉਹਦੇ ਵਿੱਚ ਹੀ ਸਾਡੇ ਬਾਕੀ ਸਾਰਾ ਕੁਝ ਬਣਿਆ। ਸਾਡੇ ਵਿਆਹਾਂ ਵਿੱਚ, ਸ਼ਾਦੀਆਂ ਵਿੱਚ, ਸਾਡੀ ਸਰਕਾਰ ਵਿੱਚ, ਇਹਨਾਂ ਸਾਰਿਆਂ ਵਿੱਚ ਜਿਹੜੀ ਅਗਰ ਤੁਸੀਂ ਬੁਨਿਆਦੀ ਦੇਖੋ ਜਿਹੜੀ ਮੋਟੀਵੇਸ਼ਨ ਸੀ ਇਨਸਾਨਾਂ ਦੀ, ਉਹ ਇਹ ਸੀ ਕਿ ਇੱਕ 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 ਦੂਜੇ ਦੇ ਤੋਂ ਅੱਗੇ ਕਿਵੇਂ ਵਧਿਆ ਜਾਵੇ ਔਰ ਇੱਕ ਦੂਜੇ ਨੂੰ ਕੰਟਰੋਲ ਕਿਵੇਂ ਕੀਤਾ ਜਾਏ। ਇਹ ਦੋ ਗੱਲਾਂ ਸਨ ਜਿਨ੍ਹਾਂ ਦੇ ਉੱਤੇ ਇਹ ਚੱਲ ਰਹੀ ਸੀ। ਸਰਮਾਇਆਦਾਰ ਜਿਹੜਾ ਹੈ ਉਹ ਰਿਆਸਤ ਨੂੰ ਇਸ ਤਰ੍ਹਾਂ ਬਣਾ ਰਿਹਾ ਸੀ ਕਿ ਉਹ ਜਿਹੜੀ ਪਾਪੂਲੇਸ਼ਨ ਹੈ ਉਹਨੂੰ ਕੰਟਰੋਲ ਕਿਵੇਂ ਕਰੇ ਔਰ ਪਾਪੂਲੇਸ਼ਨ ਜਿਹੜੀ ਹੈ ਉਹ किस तरह के अदारे बनाए कि वो बगावत ना ਉਹਦੇ खिलाफ कर सके। लिहाजा एक स्टेट बनी, स्टेट ਦੇ फिर अदारे बने, पुलिस बनी, फौज बनी, होर मिलिटराइज्ड अदारे बने जिन्हां ਦਾ ਕੰਮ ਹੀ ਇਹੋ ਸੀ ਕਿ ਉਹ ਪ੍ਰੋਟੈਕਟ ਕਰਨ ਪ੍ਰਾਪਰਟੀ ਕਲਾਸ ਨੂੰ, ਜਿਹੜੀ ਕਿ ਸਮਝੋ ਕਿ ਪੂਰੀ ਦੁਨੀਆ ਦੇ ਵਿੱਚ ਜਿਹੜੀ ਕਿ ਫੈਲੀ ਹੋਈ ਸੀ। ਅੱਛਾ, ਔਰ ਉਹਦੇ ਵਿੱਚ ਇਹ ਵੀ ਹੈਗਾ ਸੀਗਾ ਕਿ ਕਬਜ਼ਾ ਔਰ ਕੰਟਰੋਲ ਜਿਹੜਾ ਉਹ ਇਸ ਵਾਸਤੇ ਵੀ ਜ਼ਰੂਰੀ ਸੀ ਕਿ ਇਨਸਾਨ ਦੇ ਜਿਸਮ ਨੂੰ ਵਰਤਿਆ ਜਾਣਾ ਹੈ ਐਕਸਪਲੋਇਟੇਸ਼ਨ ਲਈ, ਉਹਦੇ ਕੋਲੋਂ ਕੰਮ ਕਰਵਾਇਆ ਜਾਣਾ ਵਗੈਰਾ ਵਗੈਰਾ। ਅੱਛਾ, ਹੁਣ ਫਰਜ਼ ਕਰੋ ਇਹ ਸਾਰੇ ਪੇਸ਼ੇ ਔਰ ਇਹ ਸਾਰੀਆਂ ਸਕਿੱਲਸ ਜਿਹੜੀਆਂ ਬੰਦੇ ਕਰਦੇ ਸਨ ਔਰ ਇੱਕ ਦੂਜੇ ਨਾਲ ਮੁਕਾਬਲਾ ਕਰਦੇ ਸਨ, ਫਰਜ਼ ਕਰੋ ਇਹ ਸਾਰੇ ਹੀ ਰਿਡੰਡੈਂਟ ਹੋ ਜਾਂਦੇ ਨੇ ਤੇ ਫਿਰ ਇਹਦਾ ਮਤਲਬ ਹੈ ਕਿ ਜਿਹੜੀ ਬੇਸਿਕ ਸਾਈਕਿਕ ਕੰਡੀਸ਼ਨ ਸੋਸਾਇਟੀ 'ਚ ਕੰਪੀਟੀਸ਼ਨ ਦੀ ਜਿਹੜੀ ਇਨਸਟਿੰਕਟ ਜਿਹਨੂੰ ਅਸੀਂ ਕਹਿੰਦੇ ਹਾਂ, ਜਿਹੜੀ ਕਿ ਇਨਸਟਿੰਕਟ ਨਹੀਂ ਹੈਗੀ, ਇਹ ਵੇਲੇ ਨਾਲ ਪੈਦਾ ਹੋਈ ਸੀ ਤੇ ਫਿਰ ਉਹ ਜਿਹੜੀ ਹੈ ਮੁਕਾਬਲਾਬਾਜ਼ੀ ਦੀ ਜਿਹੜੀ यानी दौलत की मुकाबलाबाजी दी या चीज़ों की मुकाबलाबाजी दी जिहड़ी मोटिवेशन सी वो तो मुक जाएगी, नंबर एक। नंबर दो, चूंकि तुसी बंदे जिहड़े ने उन्हां दे जिस्म नूं कंट्रोल ही नहीं करना, उनके कंट्रोल करने का फायदा ही कोई नहीं हैगा ते लिहाजा जिहड़े मुतशद्दिद अदारे ने फौज पुलिस वगैरह दे, उन्हां दी फिर की लोड़ है। तीसरी गल है कि जे 7-8 वड्डियां जिहड़ियां कंपनियां ने उन्हां दे कोल ही सारी जिहड़ी टैक्नोलॉजी और सारा कैपिटल हैगा है, ते फिर क्या उस वेले जिहड़ी स्टेट है, क्या स्टेट उन्हां नूं टेक ओवर कर लेगी? कि जिहड़ी स्टेट है वो यानी ये जिहड़ियां कंपनियां ने ਇਹ ਵੈਸੇ ਤੇ ਪਬਲਿਕ ਕੰਪਨੀਆਂ ਨੇ ਨਾ ਇਸ ਵੇਲੇ ਤੇ, ਇਹ ਸਾਰੀਆਂ ਜਿਹੜੀਆਂ ਨੇ ਇਹਨਾਂ ਦੇ ਸ਼ੇਅਰ ਜਿਹੜੇ ਨੇ ਉਹ ਮੁxtਲਿਫ ਸਟਾਕ ਮਾਰਕੀਟਾਂ ਦੇ ਵਿੱਚ ਵਿਕਦੇ ਨੇ ਔਰ ਥਿਓਰੈਟੀਕਲੀ ਸਪੀਕਿੰਗ ਲੋਕੀ ਜਿਹੜੇ ਸ਼ੇਅਰ ਹੋਲਡਰਸ ਨੇ ਉਹ ਇਹਨਾਂ ਦੇ ਮਾਲਕ ਨੇ। ਅਗਰਚੇ ਉਹ ਸ਼ੇਅਰ ਹੋਲਡਰ ਜਿਹੜੇ ਨੇ ਉਹ ਇੱਕ ਖਾਸ ਕਲਾਸ ਤੋਂ ਹੁੰਦੇ ਨੇ ਤੇ ਉਹ ਇਹਦਾ ਮਤਲਬ ਹੈ ਕਿ ਇੱਕ ਖਾਸ ਕਲਾਸ ਜਿਹੜੀ ਹੈ ਉਹ ਹੀ ਉਹਨਾਂ ਤੋਂ ਫੈਜ਼ਯਾਬ ਹੁੰਦੀ ਹੈ। ਅੱਛਾ, लेकिन अगर फर्ज करो ये जिहड़ी रिडंडेंसी है ह्यूमन बॉडी दी और ह्यूमन लेबर दी, अगर ये वाकया ही इंज हो जाती है जिवें कि असीं विजुअलाइज कर रहे हैं ते फिर ये जिहड़ी ओनरशिप है इन्हां कंपनियां दी, क्या वो पूरी पब्लिक दी हो जाएगी? यानी हुण तो इस वास्ते है ना शेयर होल्डर्स की कि जिहदे कोल पैसे बहुते ने ਉਹਦੇ ਕੋਲ ਜ਼ਿਆਦਾ ਸ਼ੇਅਰ ਨੇ, ਜਿਹਦੇ ਕੋਲ ਪੈਸੇ ਘੱਟ ਨੇ ਉਹਦੇ ਕੋਲ ਘੱਟ ਸ਼ੇਅਰਸ ਨੇ ਤੇ
ਕਿਉਂਕਿ ਉਹ ਇੱਕ ਐਸੇ ਪੇਸ਼ੇ 'ਚ ਹੈ ਜਿਹਦੇ 'ਚ ਪੈਸੇ ਬਹੁਤ ਮਿਲਦੇ ਨੇ, ਦੂਜਾ ਐਸੇ ਪੇਸ਼ੇ 'ਚ ਹੈ ਜਿਹਦੇ 'ਚ ਪੈਸੇ ਘੱਟ ਮਿਲਦੇ ਨੇ, ਵਗੈਰਾ ਵਗੈਰਾ। ਇਹ ਮੈਂ ਕਹਿ ਰਿਹਾ। ਤੇ ਕਿਆ ਉਹ ਸੂਰਤ ਦੇ ਵਿੱਚ ਕਿਆ ਜਿਹੜੀ ਜਿਹੜੀ ਹੁਣ ਸ਼ੇਅਰ ਜਿਹੜੀ ਕਿ ਹੁਣ ਸ਼ੇਅਰ ਹੋਲਡਰ ਜਿਹੜੇ ਨੇ, ਫਰਜ਼ ਕਰੋ ਉਹ 25% ਨੇ ਅਮਰੀਕਾ ਦੀ ਪਾਪੂਲੇਸ਼ਨ ਦਾ, ਜਿਹੜੇ ਕਿ ਇਹਨਾਂ ਕੰਪਨੀਆਂ ਦੇ ਸ਼ੇਅਰਾਂ ਦੇ ਮਾਲਕ ਨੇ, ਤੇ ਕਿਆ ਫਿਰ ਐਸੀ ਪੋਸਿਬਿਲਿਟੀ ਨਹੀਂ ਆ ਸਕਦੀ ਕਿ ਇਹਨਾਂ ਕੰਪਨੀਆਂ ਦੇ ਬੇਸਿਕਲੀ ਸ਼ੇਅਰ ਜਿਹੜੇ ਨੇ ਉਹ 100% ਪਬਲਿਕ ਹੋਵੇ? ਯਾਨੀ ਦੂਸਰੇ ਮਾਇਨਿਆਂ ਦੇ ਵਿੱਚ ਖੁਦ ਸਟੇਟ ਜਿਹੜੀ ਹੈ ਉਹਨੂੰ ਮੈਨੇਜ ਕਰਨਾ ਪਵੇ ਸਿਰਫ ਇਹਨਾਂ ਸ਼ੇਅਰ ਹੋਲਡਰਸ ਨੂੰ, ਜਿਹੜੇ ਕਿ ਪੂਰੀ ਪਾਪੂਲੇਸ਼ਨ ਹੈ। ਤੁਹਾਡੀ ਆਵਾਜ਼ ਨਹੀਂ ਆ ਰਹੀ, ਆਪਣਾ ਆਵਾਜ਼। हाँ जी जी जी, मैं अपना कर लिया, मैं इंटरप्ट नहीं सी करना चाहता, अपनी वारी से बोलना गा। ते मेरा बिल्कुल तुसी सही ओपिनियन मैनू समझ आ रही है, और जो लॉजिकल कंक्लूजन उस पास असीं जा रहे हैं। पहली गल तो है कि स्टेट क्या लोगों तो हट के होएगी, आसमानों उतरेगी? एक सवाल मैं वारी वारी सवाल पूछना। नंबर 2, ਜਿਹੜੇ ਲੋਕੀ ਹੁਣ ਰਿਡੰਡੈਂਟ ਹੋਈ ਜਾ ਰਹੇ ਨੇ, ਉਹਨਾਂ ਨੂੰ ਕਿਵੇਂ ਪਾਲਣਾ ਹੈ, ਕੌਣ ਪਾਲੇਗਾ? ਜਾਂ ਉਹਨਾਂ ਦਾ ਕੋਈ ਪੈਂਡੇਮਿਕ ਬਣਾ ਕੇ ਤੇ ਉਹਨਾਂ ਨੂੰ ਰੁਖਸਤ ਕੀਤਾ ਜਾਏਗਾ? ਤੇ ਤੀਸਰੀ ਜਿਹੜੀ ਇਹਦੇ ਤੇ ਗੱਲ ਹੈ ਕਿ ਜਿਹੜੇ 7 ਕੰਪਨੀਆਂ ਨੇ, ਉਹਨਾਂ ਦੇ ਜੋ 7 ਮੈਨੇਜਿੰਗ ਡਾਇਰੈਕਟਰ ਜਾਂ ਚੇਅਰਮੈਨ ਜੋ ਵੀ ਹੁੰਦੇ ਨੇ, ਜੇ ਉਹਨਾਂ ਦੀ ਇੱਕੋ ਜਿਹੀ ਮੋਰਾਲਿਟੀ, ਇੱਕੋ ਜਿਹੀ ਅਖਲਾਕੀ ਗੱਲ ਤੇ ਨਹੀਂ ਹੋਏਗੀ। ਇੱਕ ਕਹਿੰਦਾ ਮੈਂ ਪੈਸਾ ਹੋਰ ਬਣਾਉਣਾ ਹੈ, ਦੂਜਾ ਦੌਲਤ ਵਾਪਸ ਕਰ ਦਿੰਦਾ ਹੈ। ਤੇ ਇਹ ਮਤਲਬ ਹੈ ਕਿ ਇਸ ਤਰੀਕੇ ਨਾਲ ਜਿਹੜੀ ਇਹ ਯੂਨੀਫਾਰਮਿਟੀ, ਸੱਤਾ ਓਨਰਸ਼ਿਪ 7 ਤੋਂ ਹੋ ਸਕਦਾ 10 ਹੋ ਜਾਣ, ਜਾਂ ਹੋ ਸਕਦਾ 5 ਹੋ ਜਾਣ, ਦੋਵੇਂ ਪਾਸੇ ਜਾ ਸਕਦੀ ਹੈ ਗੱਲ। ਤੇ ਇਹ ਜਿਹੜਾ ਫਿਊਚਰ ਹੈ ਇਹ ਕਾਫੀ ਮਤਲਬ ਅਨਕਲੀਅਰ ਹੈ। ਸਿੰਪਲ ਹੈ ਗੱਲ ਹੈ, ਵਿੱਚ ਤੁਸੀਂ ਮੇਰਾ ਖਿਆਲ ਹੈ ਤੁਸੀਂ ਵੀ ਇਹੀ ਕਹਿ ਰਹੇ ਹੋ ਕਿ ਅਨਕਲੀਅਰ ਹੈ, ਇਸੇ ਵਾਸਤੇ ਸੋਚ ਵਿਚਾਰ ਦੀ ਲੋੜ ਹੈ। ਹਾਂਜੀ, ਬਸ ਉਹਦੇ 'ਚ ਤੁਸੀਂ ਪਹਿਲੀ ਤੁਹਾਡੇ ਸਵਾਲ ਦਾ ਜਵਾਬ ਤੇ ਇਹ ਮੈਂ ਦਿਆਂਗਾ ਕਿ ਗੱਲ ਇਹ ਹੈਗੀ ਹੈ ਕਿ ਜਿਹੜੀ ਸਟੇਟ ਹੈ ਉਹਨੇ ਤੇ ਅਸਮਾਨੋਂ ਨਹੀਂ ਉਤਰਨਾ, ਉਹਨੇ ਤੇ ਜ਼ਮੀਨ ਤੋਂ ਹੀ ਬਣਨਾ ਹੈ, ਲੋਕਾਂ 'ਚ ਸਟੇਟ ਨੇ ਬਣਨਾ ਹੈ। ਔਰ ਉਹ ਜਿਹੜੀ ਸਟੇਟ ਹੈ ਉਹ ਕਿਵੇਂ ਬਣਨੀ ਹੈ, ਇਹ ਸਾਨੂੰ ਫਿਲਹਾਲ ਸਾਡੀ ਸਮਝ 'ਚ ਨਹੀਂ ਆ ਰਿਹਾ ਕਿ ਉਹ ਸਟੇਟ ਜਿਹੜੀ ਹੈ ਉਹ ਕਿਵੇਂ ਬਣੇਗੀ। ਠੀਕ, ਅੱਛਾ, ਮਾਫੀ ਚਾਹਨਾ ਇੰਟਰਪਟ, ਮਾਫੀ। ਹਾਂਜੀ, ਇਸ ਵੇਲੇ ਦੇ ਹਾਲਾਤ ਹੋਏ ਉਹ ਸਟੇਟ ਇਸ ਵੇਲੇ ਉਹ 7 ਲੋਕਾਂ ਨੇ ਬਣਾਉਣੀ ਹੈ ਨਾ, ਜਿਹੜੇ ਦ ਮੋਸਟ ਪਾਵਰਫੁਲ ਇੰਡੀਵਿਜੂਅਲਸ ਬਣ ਜਾਣੇ ਨੇ। ਨਹੀਂ, ਉਹ ਨਹੀਂ, ਦੇਖੋ ਉਹਦੇ 'ਚ ਮਸਲਾ ਇਹ ਹੈਗਾ ਕਿ ਜਿਹੜੇ 7 ਕੰਪਨੀਆਂ ਨੇ ਵੱਡੀਆਂ ਜਿਨ੍ਹਾਂ ਦੇ ਮੈਂ ਜ਼ਿਕਰ, ਉਹ 7 ਕੰਪਨੀਆਂ ਜਿਹੜੀਆਂ ਉਹ ਪਬਲਿਕਲੀ ਓਨ ਨੇ। ਉਹ ਤਾਂ ਸਾਨੂੰ ਨਹੀਂ, ਸੁਣ ਲਓ ਨਾ, ਉਹਦੀ ਮੈਂ ਬਿਲਕੁਲ ਅਗਰੀ, ਜੀ ਸੁਣ ਲਿਆ ਮੈਂ। ਉਹ ਮਤਲਬ ਉਹਦੀ ਟੈਕਨੋਕ੍ਰੇਸੀ ਜਿਹੜੀ ਹੈ ਉਹਨੂੰ ਉਹ ਚਲਾਉਂਦੇ ਨੇ। ਠੀਕ ਹੈ, ਅੱਛਾ। ਔਰ ਉਹਦੀ ਜਿਹੜੇ ਵੱਡੇ ਹਿੱਸੇਦਾਰ ਨੇ ਉਹ ਉਹਨਾਂ ਨੂੰ ਤਬਦੀਲ ਵੀ ਕਰ ਸਕਦੇ ਨੇ। ਲੇਕਿਨ ਇਹ ਜਿਹੜਾ ਪੂਰਾ ਸਿਸਟਮ ਹੈਗਾ ਇਹ ਇਸ ਵੇਲੇ ਦੇ ਮਾਹੌਲ ਦੇ ਵਿੱਚ ਹੈ ਜਿਹਦੇ ਵਿੱਚ ਕਿ ਪ੍ਰੋਫਿਟ ਮੇਕਿੰਗ ਔਰ ਜ਼ਿਆਦਾ ਤੋਂ ਜ਼ਿਆਦਾ ਪੈਸੇ ਬਣਾਉਣੇ ਜਿਹੜੇ ਨੇ ਉਹਦੀ ਇੱਕ ਸਾਈਕੋਲੋਜੀ ਮੌਜੂਦ ਹੈ। ਅੱਛਾ, ਫਰਜ਼ ਕਰੋ ਕਿ ਮੁਸਤਕਬਲ ਦੇ ਵਿੱਚ, ਫਿਊਚਰ ਦੇ ਵਿੱਚ ਫਰਜ਼ ਕਰੋ ਕਿ ਜਿਹੜੇ ਕੰਪਨੀਆਂ ਦੇ ਸ਼ੇਅਰ ਹੋਲਡਰਸ ਨੇ, ਦੇਖੋ ਨਾ, ਕੰਪਨੀਆਂ ਦੇ ਸ਼ੇਅਰ ਹੋਲਡਰਸ ਦੇ ਰਾਈਟਸ ਵੱਧ ਵੀ ਸਕਦੇ ਨੇ, ਘਟ ਵੀ ਸਕਦੇ ਨੇ। ਪਹਿਲੇ ਜਿਹੜੇ 70s ਤੱਕ ਜਿਹੜੇ ਕੰਪਨੀਆਂ ਦੇ ਜਿਹੜੇ ਚਲਾਉਂਦੇ ਸਨ, ਉਹਨਾਂ ਦੀ ਕੰਪਨਸੇਸ਼ਨ ਉਹ ਨਹੀਂ ਸੀ ਹੈਗੀ ਜਿਹੜੀ ਹੁਣ ਹੈਗੀ ਹੈ। ਮਤਲਬ ਇਹ ਹੈ ਕਿ ਉਹ ਕੋਈ ਉਹਨਾਂ ਨੂੰ ਪੈਸੇ ਜ਼ਿਆਦਾ ਮਿਲਦੇ ਸਨ। ਮਸਲਨ ਆਮ ਬੰਦੇ ਨੂੰ ਅਗਰ 20,000 ਮਿਲ ਰਿਹਾ ਤੇ ਉਹਨੂੰ ਕੋਈ 1.5 ਲੱਖ ਮਿਲ ਰਿਹਾ ਹੈ,
ਲੇਕਿਨ ਹੁਣ ਤੇ ਇਸ ਵੇਲੇ ਸੂਰਤ ਹਾਲ ਜਿਹੜੀ ਪੈਦਾ ਹੋ ਗਈ ਹੈ ਇਹਨਾਂ 7 ਕੰਪਨੀਆਂ ਦੇ ਵਿੱਚ ਔਰ ਬੈਂਕਾਂ ਦੇ ਵਿੱਚ ਕਿ ਉਹਦੀ ਕੋਈ ਰੇਸ਼ੋ ਹੀ ਨਹੀਂ ਹੈਗੀ। ਮਤਲਬ ਉਹਨਾਂ ਦੇ ਵਿੱਚੋਂ ਹਰ ਬੰਦਾ ਕਈ ਕਈ ਮਿਲੀਅਨ ਬਲਕਿ ਕਈ ਕਈ 100 ਮਿਲੀਅਨ ਕਮਾ ਰਿਹਾ ਹੈ ਔਰ ਕਈ ਕਈ 100 ਮਿਲੀਅਨ ਲੈ ਕੇ ਰਿਟਾਇਰ ਹੋ ਰਿਹਾ ਹੈ। ਅੱਛਾ, ਇਹ ਹੁਣ ਜਿਹੜੀ ਜਿਸ ਤਰ੍ਹਾਂ ਇਹ ਸ਼ੇਅਰ ਜਿਵੇਂ ਇਹ ਕੰਪਨੀਆਂ ਦੇ ਸ਼ੇਅਰ ਹੋਲਡਰਸ ਦੀ ਜਿਹੜੀ ਇਖਤਿਆਰਾਤ ਨੇ, ਉਹਨਾਂ ਦੀ ਜਿਹੜੀ ਪਾਵਰਸ ਨੇ, ਉਹਨਾਂ ਨੂੰ ਖਾਸ ਤਰੀਕੇ ਨਾਲ ਡਿਫਾਈਨ ਕੀਤਾ ਗਿਆ ਹੈ। ਠੀਕ। ਅੱਛਾ, ਅਗਰ ਔਰ ਇਹ ਜਿਹੜਾ ਡੈਫੀਨੇਸ਼ਨ ਜਿਹੜੀ ਹੋਈ ਹੈ ਉਹ ਪੋਲੀਟੀਕਲ ਇੰਸਟੀਟਿਊਸ਼ਨ ਦੇ ਤਹਿਤ ਹੋਈ ਹੈ। ਮਤਲਬ ਅਲਟੀਮੇਟਲੀ ਅਮਰੀਕਾ ਦੇ ਵਿੱਚ ਕਾਂਗਰਸ ਔਰ ਸੈਨੇਟ ਜਿਹੜੀ ਹੈ ਉਹ ਚਾਰਟਰ ਜਿਹੜੀ ਹੈ ਉਹ ਦਿੰਦੀ ਹੈ ਕਿ ਇਹਨਾਂ ਦੇ ਹਕੂਕ ਕੀ ਹੋਣਗੇ ਸ਼ੇਅਰ ਹੋਲਡਰਸ ਦੇ ਤੇ ਇਹਨਾਂ ਦੀਆਂ ਜ਼ਿੰਮੇਵਾਰੀਆਂ ਕੀ ਹੋਣਗੀਆਂ ਵਗੈਰਾ ਵਗੈਰਾ। ਠੀਕ। ਅੱਛਾ, ਹੁਣ ਅਗਰ ਫਰਜ਼ ਕਰੋ, ਨਹੀਂ ਹੁਣ ਅਗਰ ਮੈਨੂੰ ਗੱਲ ਕਰ ਲੈਣ ਦਿਓ, ਹੁਣ ਅਗਰ ਫਰਜ਼ ਕਰੋ ਕਿ ਸੁਸਾਇਟੀ ਬਿਲਕੁਲ ਹੋਰ ਤਰ੍ਹਾਂ ਦੀ ਹੋ ਜਾਂਦੀ ਹੈ ਔਰ ਕਿਸੇ ਹੋਰ ਬੁਨਿਆਦਾਂ ਦੇ ਉੱਤੇ ਲੋਕ ਜਿਹੜੇ ਨੇ ਉਹ ਲੀਡਰਾਂ ਨੂੰ ਸਿਲੈਕਟ ਕਰਦੇ ਨੇ ਆਪਸ ਦੇ ਆਪਣੇ ਆਪ ਵਿੱਚੋਂ, ਤੇ ਉਹ ਜਿਹੜਾ ਪੋਲੀਟੀਕਲ ਸਿਚੁਏਸ਼ਨ ਹੋਏਗੀ ਉਹਦੇ ਵਿੱਚ ਉਹ ਜਿਹੜੀ ਕੰਪਨੀਆਂ ਦੇ ਵਿੱਚ ਸ਼ੇਅਰ ਹੋਲਡਰਸ ਦੀ ਜਿਹੜੀ ਰਿਸਪੌਂਸਿਬਿਲਿਟੀਜ਼ ਨੇ ਜਾਂ ਉਹਨਾਂ ਦੇ ਰਾਈਟਸ ਨੇ ਉਹਨਾਂ ਨੂੰ ਉਹ ਰੀਰਾਈਟ ਕਰ ਸਕਦੀ ਹੈ। ਮਤਲਬ ਇਹ ਤੁਸੀਂ ਜਿਵੇਂ ਵੇਖ ਰਹੇ ਹੋ ਇਹਨਾਂ 7 ਕੰਪਨੀਆਂ ਨੂੰ ਅੱਜ, ਇਹ ਤੇ ਐਸ ਪ੍ਰੈਜ਼ੈਂਟ ਪੋਲੀਟੀਕਲ ਸੋਸ਼ਲ ਸਿਸਟਮ ਦੇ ਵਿੱਚ ਨੇ ਨਾ, ਔਰ ਅਸੀਂ ਇਹ ਨਹੀਂ ਅਸੀਂ ਫਰਜ਼ ਕਰ ਸਕਦੇ ਕਿ ਜੇ ਸਾਰੀ ਸਿਚੁਏਸ਼ਨ ਤਬਦੀਲ ਹੋ ਜਾਂਦੀ ਹੈ ਤੇ ਫਿਰ ਇਹ 7 ਕੰਪਨੀਆਂ ਇੰਜ ਦੀਆਂ ਇੰਜ ਹੀ ਰਹਿਣਗੀਆਂ। ਨਹੀਂ, ਉਹਨਾਂ ਦੇ ਵਿੱਚ ਵੀ ਫੰਡਾਮੈਂਟਲ ਤਬਦੀਲੀਆਂ ਆਉਣਗੀਆਂ ਕਿਉਂਕਿ ਉਹ ਜਿੱਥੋਂ ਕੰਟਰੋਲ ਹੋ ਰਹੀਆਂ ਨੇ ਉਹਦੇ ਵਿੱਚ ਵੀ ਤਬਦੀਲੀ ਆਉਣੀ ਆ। ਹੁਣ ਦੱਸੋ ਕੀ ਕਹਿ ਰਹੇ ਹੋ? ਅਸੀਂ ਕਿ ਤੁਹਾਡਾ ਕਹਿਣਾ ਬਿਲਕੁਲ ਬਜਾ ਸੀ ਕਿ ਸੱਤਾ ਵਿੱਚ ਇਸ ਵੇਲੇ 3 ਚੀਨ ਵਿੱਚ ਨੇ ਤੇ ਹੋ ਸਕਦਾ ਹੈ ਕਿ ਬਹੁਤ ਜਲਦੀ ਚੀਨ ਦੀ ਮੈਜੋਰਿਟੀ ਹੋ ਜਾਵੇਗੀ। ਚੀਨ ਵਾਲੇ ਜ਼ਿਆਦਾ ਜਾ ਰਹੇ ਨੇ, ਪਰ ਉੱਥੇ ਤੇ ਉਹ ਜਿਹੜਾ ਪੋਲੀਟੀਕਲ ਸਿਸਟਮ ਤੁਸੀਂ ਅਮਰੀਕਾ ਦੇ ਪੋਲੀਟੀਕਲ ਸਿਸਟਮ ਨਾਲ ਉਹ ਜਾਇਜ਼ ਕਰ ਰਹੇ, ਚੀਨ ਦੇ ਉਹ ਵੱਖਰੀ ਗੇਮ ਹੈ। ਉੱਥੇ ਤੇ ਕਿਹੋ ਜਿਹੀ ਓਨਰਸ਼ਿਪ ਹੈ, ਉੱਥੇ ਕਿਹੋ ਜਿਹੇ ਸਟਾਕ ਐਕਸਚੇਂਜ ਨੇ, ਉੱਥੇ ਕਿਹੋ ਜਿਹੀ ਸਟੇਟ ਕਾਰਪੋਰੇਸ਼ਨ ਨਾਲ ਕੀ ਰਿਲੇਸ਼ਨਸ਼ਿਪ ਹੈ, ਬੜਾ ਫਰਕ ਹੈ। ਨਹੀਂ, ਮੈਂ ਤੇ ਇਹ ਕਹਿ ਰਿਹਾ ਕਿ ਮੁਸਤਕਬਲ ਚ ਚੀਨ ਦੇ ਵਿੱਚ ਜਿਹੜਾ ਪੋਲੀਟੀਕਲ ਸਿਸਟਮ ਹੈ, ਦੇਖੋ ਨਾ 80s ਤੱਕ ਜਿਹੜਾ ਚੀਨ ਦਾ ਪੋਲੀਟੀਕਲ ਸਿਸਟਮ ਹੈ ਉਹਦਾ ਚੀਨ ਦੇ ਇਕਨੋਮਿਕ ਵਰਲਡ ਦੇ ਨਾਲ ਹੋਰ ਤਾਲੁਕ ਹੈ ਕਿ ਉਹ ਪ੍ਰਾਈਵੇਟ ਮਾਰਕੀਟਸ ਨੂੰ ਅਲਾਉ ਨਹੀਂ ਕਰਦਾ ਔਰ ਉਹ ਡਿਸਟ੍ਰੀਬਿਊਸ਼ਨ ਜਿਹੜੀ ਹੈ ਉਹ ਇਕੁਐਲਿਟੀ ਦੀ ਬੇਸ ਤੇ ਕਰ ਰਿਹਾ। ਠੀਕ ਹੈ। 80s ਤੋਂ ਬਾਅਦ ਉਹਨਾਂ ਨੇ ਕਿਹਾ ਜੀ ਮਾਰਕੀਟਸ ਨੂੰ ਖੋਲ ਦਿਓ। ਹੁਣ ਉਹ ਮਾਰਕੀਟ ਖੋਲਣ ਦੇ ਨਾਲ ਜਿਹੜੇ ਹੈ ਉਹ ਲੋਕੀ ਬਿਲੀਅਨਰ ਵੀ ਬਣੇ ਨੇ, ਮਿਲੀਅਨਰ ਵੀ ਬਣੇ ਨੇ ਤੇ ਸਾਰਾ ਕੁਝ ਹੋਇਆ। ਅੱਛਾ, ਤੇ ਉਹਦੇ ਨਾਲ ਸਾਨੂੰ ਤੇ ਨਜ਼ਰ ਨਹੀਂ ਆਉਂਦਾ, ਲੇਕਿਨ ਉਹਦੇ ਨਾਲ ਉਹਨਾਂ ਦੇ ਪੋਲੀਟੀਕਲ ਸਿਸਟਮ ਦੇ ਵਿੱਚ ਵੀ ਤੇ ਤਬਦੀਲੀਆਂ ਆਈਆਂ ਹੋਣਗੀਆਂ ਨਾ ਇਹ ਸਭ ਕੁਝ ਹੋਣ ਦੇ ਨਾਲ। ਤੇ ਅੱਛਾ, ਅਗਰ ਫਰਜ਼ ਕਰੋ ਇਹ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਇਹ ਜਿਹੜੀ ਚੀਨ ਦੇ ਵਿੱਚ ਸਾਰੀ ਕੁਝ ਜਿਹੜੀ ਹੈ ਆਟੋਮੇਸ਼ਨ ਹੋ ਜਾਂਦੀ ਹੈ ਤੇ ਫਿਰ ਤੁਸੀਂ ਜਿਹੜੀ ਗਵਰਨੈਂਸ ਹੈ ਜਾਂ ਜਿਹੜੀ ਪੋਲੀਟੀਕਲ ਇੰਸਟੀਟਿਊਸ਼ਨਸ ਨੇ ਉਹਨਾਂ ਨੂੰ ਤੁਸੀਂ ਸਟੈਟਿਕ ਨਾ ਬਣਾ ਲਓ ਇੱਥੇ, ਉਹ ਵੀ ਤਾਂ ਉਸ ਵੇਲੇ ਬਦਲਣਗੇ। ਉਹ ਕਿਵੇਂ ਬਦਲਣਗੇ ਉਹ ਅਸੀਂ ਦੱਸ ਨਹੀਂ ਸਕਦੇ ਇਸ ਵੇਲੇ। ਬਿਲਕੁਲ ਸਹੀ ਹੈ ਜੀ, ਕਿਉਂਕਿ ਸਾਰਾ ਇੰਟੀਗ੍ਰੇਟਿਡ ਸਿਸਟਮ ਹੈ। ਜੇ ਇੱਕ ਚੇਂਜ ਹੋਏਗਾ ਦੂਜੇ ਦੇ ਵਿੱਚ ਵੀ ਚੇਂਜ ਆਏਗਾ। ਇਹ ਕੋਈ ਪੋਲੀਟੀਕਲ ਸਿਸਟਮ ਆਈਸੋਲੇਟਡ ਤੇ ਨਹੀਂ ਹੈਗਾ ਨਾ ਇਕਨੋਮਿਕ ਸਿਸਟਮ ਨਾਲੋਂ। ਬਿਲਕੁਲ, ਮਤਲਬ ਇਹ ਹੈ ਕਿ ਇਹ ਤੁਸੀਂ ਫਰਜ਼ ਨਹੀਂ ਨਾ ਕਰ ਸਕਦੇ ਕਿ ਜੀ ਟੋਟਲੀ ਆਟੋਮੇਟ ਹੋ ਜਾਏਗਾ ਤੇ ਹਕੂਮਤ ਇਸ ਤਰ੍ਹਾਂ ਦੀ ਰਹੇਗੀ। ਸਹੀ ਬਾਤ, ਇਹ ਤੇ ਨਹੀਂ ਹੋਣਾ। ਜਾਂ ਫੈਮਿਲੀ ਇਸ ਤਰ੍ਹਾਂ ਦੀ ਰਹੇਗੀ ਜਿਸ ਤਰ੍ਹਾਂ ਦੀ ਹੋਣਾ ਹੈ, ਜਾਂ ਬਾਕੀ ਇੰਸਟੀਟਿਊਸ਼ਨ ਇਸ ਤਰ੍ਹਾਂ ਦੇ ਹੀ ਰਹਿਣਗੇ ਜਿਵੇਂ ਹੁਣ ਹੋਣਗੇ, ਕਿਉਂਕਿ ਇਹ ਤੇ ਇਸ ਤਰ੍ਹਾਂ ਦੇ ਇਸ ਵਾਸਤੇ ਨੇ ਕਿ ਇਸ ਤਰ੍ਹਾਂ ਦੇ ਹਾਲਾਤ ਨੇ ਇਸ ਵੇਲੇ। ਸਹੀ ਹੈ। ਹਾਂਜੀ, ਆਪਣਾ ਆਵਾਜ਼
ਆਪ ਸਾਹਿਬ ਅਨਮਿਊਟ ਕਰੋ। ਸਰ ਜੀ ਹਾਂਜੀ ਹੋ ਗਿਆ ਅਨਮਿਊਟ, ਦੱਸੋ। ਹਾਂ ਦੱਸੋ ਹੁਣ ਤੁਸੀਂ ਕੀ ਕਰਨੀ ਸੀ ਗੱਲ ਤੁਹਾਨੂੰ डॉक्टर साहब मेरा भी एक ਜੀ। ਹਾਂ ਸਰ ਜੀ ਉਹ ਯੂ نو ਉਹ ਅਗਰ ਅਸੀਂ ਇੱਕ ਸਵਾਲ ਹੈ ਸਪੋਜ਼ ਕਰੀਏ ਇਸ ਤਰ੍ਹਾਂ ਕਿ ਅਸੀਂ ਇੱਕ ਖਾਸ ਟਾਈਮ ਲਾਈਨ ਨਹੀਂ ਵੇਖ ਰਹੇ, ਬਸ ਫਿਊਚਰਿਸਟਿਕ ਸੁਸਾਇਟੀ ਦੀ ਐਲੀਮੈਂਟਸ ਨੂੰ ਵੇਖ ਰਹੇ ਹਾਂ ਤੇ ਟਾਈਮ ਲਾਈਨ ਨੂੰ ਛੱਡ ਕੇ। ਹਾਂ ਛੱਡ ਦਿੱਤਾ। ਹਾਂ ਤੇ ਅਗਰ ਟਾਈਮ ਲਾਈਨ ਨੂੰ ਛੱਡਤਾ ਹੈ ਤੇ ਫਿਰ ਜਿਹੜਾ ਹੋਰਾਈਜ਼ਨ ਹੈ ਉਹ ਤੇ ਬਹੁਤ ਦੂਰ ਵੀ ਜਾ ਸਕਦਾ ਹੈ। ਤੇ ਉਹ ਸੋਚ ਕੇ ਤੁਸੀਂ ਵੇਖੋ, ਅਗਰ ਤੁਸੀਂ ਤਾਲੀਮ ਲਓ ਤੇ ਤਾਲੀਮ ਵਿੱਚ ਜਿਹੜੀ ਸਾਰੀ ਜਿਹੜੀ ਤਾਲੀਮ ਹੈ ਉਹ ਇੰਡੀਵਿਜੂਅਲਿਸਟਿਕ ਹੋ ਜਾਣੀ ਹੈ ਕਿ ਜਿੰਨੀ ਵੀ ਐਜੂਕੇਸ਼ਨ ਤੁਸੀਂ ਲੈ ਰਹੇ ਹੋ, ਜਿੰਨਾ ਵੀ ਜੋ ਵੀ ਪੜ੍ਹ ਰਹੇ ਹੋ, ਉਹ ਇੰਡੀਵਿਜੂਅਲ ਖੁਦ ਡਿਫਾਈਨ ਕਰੇਗਾ ਆਪਣੇ ਲਈ। ਤੇ ਉਹਦੇ ਕੋਲ ਵੀ ਟੂਲਸ ਹੋਣਗੇ ਕਿ ਕਿਸ ਤਰ੍ਹਾਂ ਡਿਫਾਈਨ ਕਰੀਏ ਤੇ ਕੀ ਸਮਝੀਏ ਤੇ ਕੀ ਕਰੀਏ। ਪਰ ਜਿਹੜੀ ਪ੍ਰੈਕਟੀਕਲ ਸਾਈਡ ਜਿਹੜੀ ਹੈ, ਜਿੱਥੇ ਇਨਸਾਨ ਫਿਰ ਵੀ ਇਜਾਦ ਕੁਝ ਕਰੇਗਾ, ਉਹ ਇਜਾਦ ਲਈ ਕੋਲੈਬੋਰੇਸ਼ਨ ਚਾਹੀਦੀ ਹੈ ਤੇ ਕਾਫੀ ਕੋਲੈਬੋਰੇਸ਼ਨ ਉਹ ਸਿਰਫ ਤੇ ਸੋਸ਼ਲਾਈਜੇਸ਼ਨ ਚਾਹੀਦੀ ਹੈ। ਕਿਉਂਕਿ ਇਨਸਾਨ ਤੇ ਫਿਰ ਵੀ ਹੈ ਨਾ, ਅਸੀਂ ਤੇ ਇਨਸਾਨ ਦੀ ਦੁਨੀਆ ਦੀ ਗੱਲ ਕਰ ਰਹੇ ਹਾਂ ਜਿੱਥੇ ਇਨਸਾਨ ਹੋਏ। ਤੇ ਇਨਸਾਨ ਦੀ ਲੋੜ ਹੈ, ਉਹਨੂੰ ਲਵ ਚਾਹੀਦਾ ਹੈ, ਸੈਕਸ ਚਾਹੀਦਾ ਹੈ, ਕੋਲੈਬੋਰੇਸ਼ਨ ਚਾਹੀਦੀ ਹੈ, ਇਹ ਸਾਰੀ ਚੀਜ਼ਾਂ ਜਿਹੜੀ ਚਾਹੀਦੀਆਂ ਨੇ ਤੇ ਉਹ ਤੇ ਰਿਮੋਟਲੀ ਨਹੀਂ ਹੋ ਸਕਦੀ, ਉਹਦੇ ਵਿੱਚ ਦੂਸਰੇ ਇਨਸਾਨਾਂ ਨਾਲ ਤਾਲੁਕ ਚਾਹੀਦਾ ਹੈ। ਤੇ ਉਸ ਅਗਰ ਅਸੀਂ ਉਸ ਤਰ੍ਹਾਂ ਵੇਖੀਏ ਤੇ ਜਿਹੜੀ ਕੋਲੈਬੋਰੇਟਿਵ ਚੀਜ਼ਾਂ ਇਨਸਾਨ ਕਰੇਗਾ, ਜੋ ਵੀ ਉਹ ਚੀਜ਼ਾਂ ਹੋਣ, ਉਹ ਮੈਨੂੰ ਲੱਗਦਾ ਹੈ ਕਿ ਜਿਹੜੇ ਅੱਜ ਕੱਲ ਦੀ ਐਕੈਡੈਮਿਕ ਇੰਸਟੀਟਿਊਸ਼ਨਸ ਹੈ ਨਾ, ਉਹਨੇ ਮੋਰਫ ਹੋ ਜਾਣਾ ਹੈ ਇੰਡਸਟਰੀ ਰਿਸਰਚ ਦੇ ਨਾਲ। ਤੇ ਉਹ ਜਿਹੜੀ ਕਲੀਅਰ ਕੱਟ ਲਾਈਨਸ ਨਹੀਂ ਹੋਣੀ ਕਿ ਇਹ ਐਕੈਡੈਮਿਕ ਹੈ ਤੇ ਇਹ ਇੰਡਸਟਰੀ ਹੈ, ਕਿਉਂਕਿ ਉਹ ਐਕੈਡੈਮਿਕ ਉਸ ਤਰ੍ਹਾਂ ਸਰਵਾਈਵ ਨਹੀਂ ਕਰ ਸਕਦਾ। ਉਹਨੇ ਇੱਕ এনवायरमेंट ਦੇਣੀ ਹੈ ਜਿੱਥੇ ਉਹ ਕੰਮ ਜਿਹੜਾ ਇਨਸਾਨ ਨੂੰ ਲੋੜ ਹੋਏ ਸੋਸ਼ਲਾਈਜ਼ਿੰਗ ਦੀ, ਇਨ ਪਰਸਨ ਦੀ, ਉਹ এনवायरमेंट ਉਹਨੂੰ ਦੇ। ਇਹ ਤੇ ਉਹ ਐਸਪੈਕਟ ਜਿਹੜਾ ਹੈ ਕਿ ਪੜ੍ਹਾਈ ਲਿਖਾਈ ਕੈਰੀਅਰਸ ਤੇ ਐਜੂਕੇਸ਼ਨ ਕਿਸ ਤਰ੍ਹਾਂ ਹੋਏ, ਉਸ ਤੇ ਬੰਦਾ ਇਸ ਕਿਸਮ ਦੀ ਗੱਲ ਕਰ ਸਕਦਾ ਹੈ ਸ਼ੁਰੂ ਵਿੱਚ। ਅੱਛਾ, ਉਹਦੇ ਬਾਅਦ ਤੁਸੀਂ ਗੱਲ ਕਰ ਰਹੇ ਤੇ ਪਿਛਲੇ ਵਾਰੀ ਵੀ ਅਸੀਂ ਇਹ ਗੱਲ ਛੇੜੀ ਸੀ ਕਿ ਉਹ ਜਿਹੜੀ ਗਵਰਨੈਂਸ ਤੇ ਅਸੀਂ ਕੀ ਕਹਿ ਸਕਦੇ। ਤੇ ਤੁਸੀਂ ਬੜੀ ਮਜ਼ੇਦਾਰ ਗੱਲ ਕੀਤੀ ਹੈ ਹੁਣ ਕਿ ਵੇਖੋ ਨਾ, ਅਸੀਂ ਕਰੰਟ ਪੋਲੀਟੀਕਲ ਸਿਸਟਮਸ ਨੂੰ ਤੇ ਐਕਸਟ੍ਰੈਪੋਲੇਟ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਨੇ ਵੀ ਬੜੀ ਰੈਡੀਕਲੀ ਚੇਂਜ ਹੋਣਾ ਹੈ। ਤੇ ਜਿਸ ਚੀਜ਼ ਦਾ ਸਾਨੂੰ ਪਤਾ ਹੈ ਕਿ ਹਰ ਇੰਡੀਵਿਜੂਅਲ ਜਿਹੜਾ ਹੈ, ਹਰ ਇੰਡੀਵਿਜੂਅਲ ਉਹਦੀ ਕੋਈ ਪ੍ਰਾਈਵੇਸੀ ਨਹੀਂ ਰਹਿਣੀ, ਉਹਦੀ ਹਰ ਐਸਪੈਕਟ ਜ਼ਿੰਦਗੀ ਦਾ, ਉਹ ਵੀ ਜਿਹਦੇ ਬਾਰੇ ਤੁਸੀਂ ਹੁਣ ਸੋਚ ਵੀ ਨਹੀਂ ਸਕਦੇ, ਉਹ ਸਾਰਾ ਟਰੈਕ ਹੋਏਗਾ, ਸਾਰਾ ਕੁਝ ਟਰੈਕ ਹੋਏਗਾ। ਤੇ ਐਨਫੋਰਸਮੈਂਟ ਜਿਹੜੀ ਹੈ ਉਹਦੇ ਲਈ ਸਟੇਟ ਐਪਰੇਟਸ ਇਸ ਕਿਸਮ ਦਾ ਨਹੀਂ ਚਾਹੀਦਾ ਜਿਹੜਾ ਅੱਜ ਚਾਹੀਦਾ ਹੈ ਤੁਹਾਨੂੰ। ਉਹਦੀ ਸਟੇਟ ਉਸ ਲਈ ਹੈ ਨਾ ਕਿ ਤੁਸੀਂ ਰੂਲਿੰਗ ਕਲਾਸ ਦੇ ਰੂਲਸ ਬਣਾਓ ਤੇ ਉਹਨਾਂ ਨੂੰ ਇਨਫੋਰਸ ਕਰੋ, ਤੇ ਕੋਈ ਸੋਸ਼ਲ ਸਰਵਿਸਿਜ਼ ਜਿਹੜੀ ਨੇ ਉਹ ਵੀ ਸਾਥ ਸਾਥ ਦੇ ਦਿਓ, ਇਸ ਕਿਸਮ ਦੀ ਚੀਜ਼ਾਂ। ਤੇ ਉਹ ਵੀ ਬਹੁਤ ਹੀ ਡਿਸਟ੍ਰੀਬਿਊਟਿਡ ਹੋ ਜਾਣਗੀ ਕਿ ਉਹਨਾਂ ਦੇ ਲਈ ਉਹ ਨੌਕਰੀਆਂ ਜਿਹੜੀ ਉੱਥੀਆਂ ਉਹ ਵੀ ਸਾਰੀ ਚਲੀ ਜਾਣਗੀ। ਉਹਦੇ ਲਈ ਉਸ ਕਿਸਮ ਦਾ ਕੰਟਰੋਲ ਨਹੀਂ ਹੋਏਗਾ ਜਿਸ ਕਿਸਮ ਦਾ ਅੱਜ ਕੱਲ ਕੰਟਰੋਲ ਹੈ। ਅੱਛਾ, ਤੇ ਆਖਰੀ ਜਿਹੜੀ ਇਹਦੇ ਚ ਫॉर ਡਿਸਕਸ਼ਨ ਪਰਪਸਿਸ ਜਿਹੜੀ ਗੱਲ ਕਰਨੀ ਹੈ ਉਹ ਹੈ ਕਿ ਜਿਹੜੇ ਮੁਲਕ ਹੈ ਨਾ, ਮੁਲਕਾਂ ਦੀ ਬਾਉਂਡਰੀਜ਼ ਜਿਹੜੀਆਂ ਸੁਸਾਇਟੀਜ਼ ਦੀ, ਉਹਨਾਂ ਨੂੰ ਕੀ ਹੋਏਗਾ। ਤੇ ਉਹਦੇ ਇਲਾਵਾ ਅਸੀਂ ਇਹਦੀ ਵੀ ਗੱਲ ਕਰ ਰਹੇ ਹਾਂ ਕਿ ਜਿਹੜੀ ਸਪੇਸ ਵਿੱਚ ਅਸੀਂ ਰਿਸਰਚ ਕਰ ਰਹੇ ਹਾਂ, ਜਿਹੜੇ ਮਲਟੀ ਪਲੈਨੇਟਰੀ ਐਫਰਟ ਜਿਹੜਾ ਹੈ, ਉੱਥੇ ਵੀ ਲੱਗਦਾ ਹੈ ਕਿਉਂਕਿ ਇਨਸਾਨ ਬੜਾ ਫ੍ਰੈਜਲ ਹੈ। और अगर असी मतलब प्लैनेट्स लभने जिथे इंसान जिंदा रह सकता है वो 3000 लाइट ईयर्स दूर हैं। ते जो भी होए असा वो स्पेस क्राफ्ट विच एडवांस रोबोट्स नू भेज सकते हैं ते वो 3000 साल बाद या जिन्ने भी साल बाद जिन्नी भी साडी स्पीड हुई जिथे हुई ਉਹਦੇ ਬਾਅਦ ਉਹ ਜੋ ਵੀ ਇੱਥੇ ਲੋਕੀ ਜ਼ਿੰਦਾ ਹੋਣਗੇ
ਉਹ ਉਹਨਾਂ ਦੇ ਨਾਲ ਕਮਿਊਨੀਕੇਟ ਕਰ ਸਕਦਾ ਹੈ, ਕਿਉਂਕਿ ਇਨਸਾਨ ਤੇ ਬਹੁਤ ਇਨਕੇਪੇਬਲ ਹੈ, ਫ੍ਰੈਜਲ ਹੈ, ਜਿਹੜਾ ਜਾ ਕੇ ਦੂਸਰੀ এনवायरमेंट्स ਵਿੱਚ ਰਹੇ। ਇਹ ਜੀ ਸ਼ੁਰੂ ਵਿੱਚ ਡਿਸਕਸ਼ਨ ਲਈ ਮੈਂ ਗੱਲਾਂ ਕਰਨਾ ਚਾਹੀਦਾ। ਹਾਂਜੀ ਕੇਸ਼ਵ ਜੀ ਤੁਸੀਂ ਕੁਝ ਕਹਿ ਰਹੇ ਸੋ। डॉक्टर साहब मैं ये कह रहा था कि मतलब जो कुछ साइकोलॉजिस्ट हैं, जैसे मतलब कुछ रिसर्चर इकोनॉमिस्ट हैं, जैसे आपने सुना होगा डेनियल काहनमान, जिनको नोबेल प्राइज मिला था 2002 में इकोनॉमिक्स के लिए। वो बोलते थे कि मतलब जो मशीनें होती हैं वो कोग्निटिव स्किल्स नहीं पा सकती हैं। मतलब जैसे इंसान के पास मतलब मशीन लॉजिकल जो लॉजिक का काम है वो कर सकती है, डाटा एनालाइज कर सकती है, पर जो कॉग्निटिव स्किल्स हैं जो आदमी के पास होती हैं वो मशीनें नहीं दे सकती हैं। इसके लिए बुक भी है, जैसे वो थिंकिंग फास्ट एंड स्लो जो डेनियल काहनमान ने लिखी है। तो इसके ऊपर आप क्या कहना चाहेंगे कि मशीनें कॉग्निटिव स्किल्स दे सकती हैं कि यार जो डीप 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 जो लर्निंग है, जो डीप लर्निंग की जो पूरी फिलॉसफी है वो कॉग्निशन पे तो डिपेंड कर रही है। कॉग्निशन क्या है कि मैं ये फर्क कर सकूं कि ये बिल्ली है और ये कुत्ता है, ये कॉग्निशन है ना, ये कॉग्निशन पे डिपेंड करता है ना। ये बिल्ली है, ये कुत्ता है, ये रास्ता उल्टा है, ये रास्ता सीधा है। कॉग्निशन क्या होती है? हाँ जी ये तो होती है जैसे आदमी की फीलिंग्स, ये सब इमोशन। नहीं आप मुझे प्रिसाइजली डिफाइन करें ना कॉग्निशन क्या है। फीलिंग को आप छोड़ें, आप मिस्टिकल ना जाएं, आप जो 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 विजिबल है उसको आप बताएं। मेरे ख्याल में जो कॉग्निशन है वो ये है, कॉग्निशन का अगर आप उर्दू में करें, तर्जमा करो, कॉन्शियस होना, मतलब कॉन्शियस वो नहीं, कॉग्निशन का तो होएगा पहचान करनी। ਤੁਸੀਂ ਉਹਨੂੰ ਕਹਿ ਸਕਦੇ ਹੋ ਕਿ ਉਹ ਸ਼ਊਰ ਦਾ ਹਿੱਸਾ ਹੈ, ਠੀਕ। ਤੇ ਜਿਹੜੀ ਡੀਪ ਲਰਨਿੰਗ ਹੈ ਉਹ ਤੇ ਬੇਸਿਕਲੀ ਕਾਰੀ ਕੌਗਨੀਸ਼ਨ ਰਹੀ ਹੈ। ਉਹ ਤੇ ਉਹਨੂੰ ਉਹਦੇ ਚ ਤੁਸੀਂ ਡੇਟਾ ਫੀਡ ਕਰਦੇ ਹੋ ਤੇ ਉਹਦੇ ਚ ਤੁਸੀਂ 1 ਲੱਖ ਡੇਟਾ ਪੁਆਇੰਟ ਫੀਡ ਕਰਕੇ ਕਹਿੰਦੇ ਹੋ ਕਿ ਇਹਨਾਂ ਚ ਦੱਸੋ ਬਿੱਲੀ ਕਿਹੜੀ ਹੈ, ਤੇ ਉਹ ਉਹਦੀ ਸਾਰਟ ਆਊਟ ਕਰਕੇ ਤੇ ਉਹ ਕਹਿੰਦੀ ਹੈ ਜੀ ਇਹ ਬਿੱਲੀ ਹੈ। ਯਾਨੀ ਉਹ ਤੇ ਆਲਰੇਡੀ ਕੌਗਨੀਸ਼ਨ ਕਰ ਰਹੀ ਹੈ। ਸੋ ਲਿਹਾਜ਼ਾ ਇਹ ਮੈਨੂੰ ਤੁਹਾਡਾ ਇਹ ਅਨਲਸ ਕਿ ਸਾਡਾ ਇਹ ਬਾਇਸ ਹੋਵੇ, ਜਿਹੜਾ ਕਿ ਹੋ ਸਕਦਾ ਹੈ ਬਾਇਸ, ਜਿਹਦੀ ਬੁਨਿਆਦ ਵੀ ਹੈ ਕਿ ਅਸੀਂ ਇਨਸਾਨ ਦੀ ਜਿਹੜੀ ਸੁਪੀਰੀਅਰਿਟੀ ਹੈ ਬਾਕੀ तमाम ਚੀਜ਼ਾਂ ਦੇ ਉੱਤੇ, ਉਹਨੂੰ ਅਸੀਂ ਗਿਵ ਅਪ ਨਹੀਂ, ਉਹਨੂੰ ਅਸੀਂ ਇਮੋਸ਼ਨਲੀ ਓਵਰਕਮ ਕਰਨ ਲਈ ਤਿਆਰ ਨਹੀਂ ਹੈਗੇ। ਮਿਸਾਲ ਦੇ ਤੌਰ ਦੇ ਉੱਤੇ ਜਿਵੇਂ ਮੈਂ ਪਹਿਲੇ ਕਿਹਾ ਸੀ, ਤੁਸੀਂ ਇਹ ਕਹਿ ਰਹੇ ਹੋ ਕਿ ਜਿਹੜਾ ਬੰਦਾ ਜਿਵੇਂ ਕੌਗਨੀਸ਼ਨ ਕਰ ਸਕਦਾ ਹੈ ਉਹ ਮਸ਼ੀਨ ਨਹੀਂ ਕਰ ਸਕਦੀ। ਤੇ ਮੈਂ ਤੁਹਾਨੂੰ ਇਹਦੇ ਉਲਟ ਕਹਿਣਾ ਹੈ ਕਿ ਡੀਪ ਲਰਨਿੰਗ ਦੇ ਨਾਲ ਜੋ ਕੁਝ ਮਸ਼ੀਨ ਕਰ ਸਕਦੀ ਉਹ ਬੰਦਾ ਨਹੀਂ ਕਰ ਸਕਦਾ। ਮਸ਼ੀਨ ਇੱਕ ਹੀ ਵਕਤ 'ਚ ਕਰੋੜਾਂ ਡੇਟਾ ਪੁਆਇੰਟਸ ਨੂੰ ਐਨਾਲਾਈਜ਼ ਕਰਕੇ ਉਹਨਾਂ ਦੇ ਪੈਟਰਨ ਦਿਖਾ ਸਕਦੀ ਹੈ। ਇਨਸਾਨੀ ਜ਼ਿਹਨ ਜਿਹੜਾ ਹੈ ਉਹ ਇੱਕ ਹੀ ਵਕਤ ਦੇ ਵਿੱਚ ਚੰਦ ਵੇਰੀਏਬਲਸ ਨੂੰ ਦੇਖ ਸਕਦਾ ਹੈ। ਤੇ ਮੈਂ ਤੁਹਾਡੇ ਉਲਟ ਵੀ ਆਰਗੂ ਕਰ ਸਕਦਾ ਹੈ ਕਿ ਜੋ ਕੁਝ ਡੀਪ ਲਰਨਿੰਗ ਦੇ ਨਾਲ ਜੋ ਮਸ਼ੀਨ ਜੋ ਕੁਝ ਜਿਹੜੀਆਂ ਚੀਜ਼ਾਂ ਸਾਨੂੰ ਦੱਸ ਸਕਦੀ ਹੈ ਉਹ ਬੰਦੇ ਦਾ ਜ਼ਿਹਨ ਦੱਸ ਹੀ ਨਹੀਂ ਸਕਦਾ। ਇਹ ਵੀ ਆਪਣੀ ਜਗ੍ਹਾ ਤੇ ਗੱਲ ਸਹੀ ਹੈ। ਹਾਂ ਅਲਬੱਤਾ ਇਹ ਹੈ ਕਿ ਐਂਡ ਦੇ ਉੱਤੇ ਮੈਂ ਤੁਹਾਡੀ ਇਹ ਗੱਲ ਬਿਲਕੁਲ ਤਸਲੀਮ ਕਰਨਾ ਹੈ, ਐਂਡ ਦੇ ਉੱਤੇ ਬੰਦਾ ਜਿਹੜਾ ਹੈ ਉਹ ਇਨਸਾਨ ਵੀ ਹੈ ਔਰ ਉਹਦੀਆਂ ਫੀਲਿੰਗਸ ਵੀ ਨੇ, ਉਹਦੀ ਸ਼ਊਰ ਵੀ ਹੈ ਔਰ ਉਹ ਦੂਜੇ ਨਾਲ ਜੁੜਨਾ ਵੀ ਚਾਹੁੰਦਾ ਹੈ। ਔਰ ਮੈਂ ਕਹਿੰਦਾ ਹੈ ਕਿ ਇਹ ਜਿਹੜੇ ਮਟੀਰੀਅਲ ਸਰਕਮਸਟਾਂਸਿਸ ਜਿਹੜੇ ਨੇ ਇਹ ਜਦੋਂ ਬਦਲਣਗੇ ਤੇ ਇਨਸਾਨ ਜਿਹੜੇ ਨੇ ਉਹ ਇੱਕ ਦੂਜੇ ਦੇ ਨਾਲ ਮਿਲਣ ਦਾ, ਇੱਕ ਦੂਜੇ ਦੇ ਨਾਲ ਜੁੜਨ ਦਾ, ਜਿਹਨੂੰ
ਦੋਸਤੀ ਕਰਨ ਦਾ, ਇੱਕ ਦੂਜੇ ਦੇ ਨਾਲ ਯਾਰੀ ਕਰਨ ਦਾ ਜਿਹੜਾ ਹੈ ਉਹ ਤਰੀਕਾ ਜਿਹੜਾ ਉਹ ਵੀ ਬਦਲੇਗਾ ਔਰ ਉਹ ਲੱਭੇਗਾ। ਮਤਲਬ ਇਹ ਹੈ ਕਿ ਮਾਜ਼ੀ ਦੇ ਵਿੱਚ ਤੁਸੀਂ ਦੇਖੋ ਨਾ ਜੀ, ਅਸੀਂ ਜਿਸ ਫੈਮਿਲੀ ਔਰ ਜਿਸ ਇਨਸਾਨੀ ਇਮੋਸ਼ਨਸ ਦਾ ਜਿਹਦਾ ਅਸੀਂ ਬਹੁਤ ਢੰਡੋਰਾ ਫੇਰਨੇ ਆ, ਬੜੀ ਚਰਚਾ ਕਰਨੇ ਆ ਉਹਦੀ, ਕਿ ਜੀ ਉਹ 'ਚ ਬੜਾ ਇਨਸਾਨੀ, ਸਾਡੇ 'ਚ ਬੜੀ ਇਨਸਾਨੀ ਪੈਸ਼ਨਸ ਨੇ ਤੇ ਅਸੀਂ ਬਹੁਤ ਇੱਕ ਦੂਜੇ ਦਾ ਖਿਆਲ ਰੱਖ ਕੇ ਚੱਲ ਰਹੇ ਹਾਂ, ਜਿਹੜੀਆਂ ਮਸ਼ੀਨਾਂ ਨਹੀਂ ਕਰਨੀਆਂ ਅਸੀਂ, ਇਹ ਸਾਡੇ ਜ਼ਿਹਨਾਂ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਹੈ। ਮੈਂ ਸਮਝਦਾ ਹੈ ਕਿ ਜਿਹੜੀ ਇਹ ਪੁਰਾਣੀ ਸੁਸਾਇਟੀ ਹੈ, ਜਿਹਦੇ ਵਿੱਚ ਜਿਹੜੀ ਪ੍ਰਾਪਰਟੀ ਦੀ ਬੁਨਿਆਦ ਦੇ ਉੱਤੇ ਬੰਦੇ ਦੀ ਜਿਹੜੀ ਵੈਲਿਊ ਹੈ ਉਹ ਡਿਟਰਮਨ ਹੁੰਦੀ ਹੈ, ਇਹ ਇੱਕ ਬਹੁਤ ਹੀ ਇਨਸਾਨਾਂ ਦੀ ਵਸਟ ਲੈਵਲ ਆਫ ਐਗਜ਼ਿਸਟੈਂਸ ਹੈ। ਕਿਉਂਕਿ ਇੱਕ ਕੋਲ ਬਹੁਤੀਆਂ ਮੱਝਾਂ ਨੇ, ਦੂਜੀ ਕੋਲ ਘੱਟ ਨੇ। ਮੈਂ ਤੁਹਾਨੂੰ ਐਗਜ਼ੈਕਟ ਪਰਸਨਲ ਇੱਕ ਵਾਕਿਆ ਸੁਣਾਉਣਾ ਹੈ, ਉਹ ਤੋਂ ਤੁਹਾਨੂੰ ਮੈਂ ਯਾਨੀ ਜਿਹੜਾ ਮੈਂ ਆਪਣੀ ਕੰਨਾਂ ਦੇ ਨਾਲ ਸੁਣਿਆ, ਉਹ ਇਹ ਹੈ ਕਿ ਮੇਰੀ ਇੱਕ ਖਾਲਾ ਯਾਨੀ ਮਾਸੀ ਜਿਹੜੀ ਹੈ ਉਹ ਆਈ ਸੀਗੀ, ਤੇ ਉਹ ਮੇਰੀ ਮਾਸੀ ਜਿਹੜੀ ਸੀ ਉਹ ਕੁਛ ਕਾਫੀ ਗਰੀਬ ਸਨ ਤੇ ਸਾਡੇ ਨਾਲੋਂ, ਤੇ ਉਹ ਕਮਰੇ ਦੇ ਵਿੱਚ ਉਹ ਜਿੱਥੇ ਉਹ ਦੋਵੇਂ ਲੰਮੀਆਂ ਪਈਆਂ ਸਨ ਭੈਣਾਂ, ਤੇ ਮੈਂ ਵੀ ਉੱਥੇ ਹੀ ਸਾਂ ਆਪਣੀ ਮਾਂ ਦੇ ਨਾਲ। ਮੈਂ ਛੋਟਾ ਸਾਂ ਤੇ ਉਹਨਾਂ ਦੇ ਖਿਆਲ 'ਚ ਮੈਨੂੰ ਕਿਹੜਾ ਕੋਈ ਸਮਝ ਆ ਰਹੀ ਹੈ। ਐਨੀਵੇਜ਼, ਤੇ ਉਹ ਮੇਰੀ ਮਾਸੀ ਜਿਹੜੀ ਹੈ ਉਹ ਮੇਰੀ ਮਾਂ ਕੋਲੋਂ ਮੇਰੀ ਭੈਣ ਦਾ ਰਿਸ਼ਤਾ ਮੰਗਣਾ ਚਾਹੁੰਦੀ ਸੀਗੀ, ਤੇ ਮੇਰੀ ਮਾਸੀ ਨੇ ਕਿਹਾ ਮੇਰੀ ਮਾਂ ਨੂੰ ਕਿ ਮੇਰਾ ਮੁੰਡਾ ਇਹ ਚਾਹੁੰਦਾ ਹੈ ਕਿ ਮੇਰਾ ਵਿਆਹ ਉਸ ਘਰ ਹੋਵੇ ਜਿਸ ਘਰ ਮੱਝਾਂ ਬਹੁਤ ਹੁੰਦੀਆਂ ਨੇ। ਮਤਲਬ ਇਸ਼ਾਰਾ ਸਾਡੇ ਵੱਲ ਸੀ, ਕਿਉਂਕਿ ਸਾਡੇ ਘਰ ਬਹੁਤ ਮੱਝਾਂ ਸਨ। ਹੁਣ ਇਹ ਕਿੰਨੀ ਇੱਕ ਮਾਸੂਮ ਜੀ ਆਪਣਾ ਉਹਦੀ ਖਾਹਿਸ਼ ਸੀਗੀ, ਜੋ ਵੀ ਸੀ, ਜਿਸ ਤਰ੍ਹਾਂ ਵੀ ਸੀਗੀ। ਤੇ ਮੇਰੀ ਮਾਂ ਕੀ ਹੈ, ਉਹਦੀ ਸਕੀ ਭੈਣ ਹੈ ਮੇਰੀ ਮਾਸੀ ਦੀ। ਮੇਰੀ ਮਾਂ ਕਹਿੰਦੀ ਆ, ਹਾਂ ਨਹੀਂ ਮੇਰੀ ਕੁੜੀ ਵੀ ਇਹੋ ਹੀ ਕਹਿੰਦੀ ਹੈ ਕਿ ਮੈਂ ਉਸ ਘਰ ਜਾਣਾ ਜਿਸ ਘਰ ਮੱਝਾਂ ਬਹੁਤ ਹੋਣ, ਕਿ ਮਤਲਬ ਤੇਰੇ ਘਰ ਤਾਂ ਨਹੀਂ ਜਾ ਸਕਦੀ ਉਹ। ਸੋ ਲਿਹਾਜ਼ਾ ਇਹ ਜਿਹੜੀ ਅਸੀਂ ਮਾਜ਼ੀ ਦੀ ਜਿਹੜੀ ਚਰਚਾ ਕਰਨੇ ਆ, ਔਰ ਜਿਹੜੀ ਅਸੀਂ ਇਨਸਾਨਾਂ ਦੀ ਆਪਸ ਦੇ ਵਿੱਚ ਮੁਹੱਬਤ ਪਿਆਰ ਦੀਆਂ ਜਿਹੜੀਆਂ ਅਸੀਂ ਮਫਰੂਜ਼ੇ ਬਣਾਉਂਦੇ ਆ, ਮੇਰਾ ਖਿਆਲ ਹੈ ਇਸ ਕਲਾਸ ਸੁਸਾਇਟੀ ਦੇ ਵਿੱਚ ਨਾ ਕੋਈ ਮੁਹੱਬਤ ਕੰਮ ਦੀ ਸੀ ਤੇ ਨਾ ਕੋਈ ਇਨਸਾਨੀ ਜੋੜ ਸੀ। ਉਹ ਸਾਰਾ ਪ੍ਰਾਪਰਟੀ ਦੇ ਇਰਦ ਗਿਰਦ ਜਿਹੜਾ ਉਹ ਜੁੜਿਆ ਹੋਇਆ ਸੀ। ਹੁਣ ਮੈਂ ਇਹ ਕਹਿ ਰਿਹਾ ਕਿ ਮੈਂ ਕਿਸੇ ਪੈਰਾਡਾਈਜ਼ ਦੀ ਵੀ ਗੱਲ ਨਹੀਂ ਕਰ ਰਿਹਾ, ਲੇਕਿਨ ਮੈਂ ਸਿਰਫ ਇੰਨੀ ਗੱਲ ਕਰ ਰਿਹਾ ਕਿ ਅਗਰ ਫਰਜ਼ ਕਰੋ ਇਹ ਸਾਰਾ ਕੁਝ ਜਿਹੜਾ ਸੀ ਇਹ ਲੋਕਾਂ ਦੀ ਜਿਸਮਾਨੀ ਔਰ ਉਹਨਾਂ ਦੀ ਮਿਹਨਤ ਦੇ ਨਾਲ ਬੇਸਿਕਲੀ ਇਹ ਫਰਕ ਪਿਆ ਸੀਗਾ ਤਕਰੀਬਨ। ਤੇ ਫਰਜ਼ ਕਰੋ ਹੁਣ ਸਾਰੇ ਹੀ ਰਿਡੰਡੈਂਟ ਹੋ ਜਾਣ, ਮੇਰੀ ਮਾਸੀ ਵੀ ਰਿਡੰਡੈਂਟ ਤੇ ਮੇਰੀ ਮਾਂ ਵੀ ਰਿਡੰਡੈਂਟ ਹੋ ਜਾਵੇ ਬਤੌਰ ਪ੍ਰਾਪਰਟੀ ਹੋਲਡਰ ਦੇ ਜਾਂ ਜਿਸ ਤਰ੍ਹਾਂ ਵੀ, ਤੇ ਫਿਰ ਉਹ ਜ਼ਿਆਦਾ ਅਮਕਾਨ ਹੈ ਕਿ ਉਹ ਇੱਕ ਦੂਜੇ ਨੂੰ ਇਨਸਾਨ ਦੇ ਤੌਰ ਤੇ ਮਿਲਣ। ਫਿਰ ਇੰਜ ਨਾ ਮਿਲਣ ਕਿ ਇੱਕ ਕੋਲ ਬਹੁਤੀਆਂ ਮੱਝਾਂ ਨੇ ਤੇ ਇੱਕ ਕੋਲ ਘੱਟ ਮੱਝਾਂ ਨੇ। ਹੁਣ ਤੋਂ ਇੰਜ ਮਿਲ ਰਹੀਆਂ ਨੇ ਨਾ ਕਿ ਇੱਕ ਕੋਲ ਬਹੁਤੀਆਂ ਮੱਝਾਂ ਨੇ, ਇੱਕ ਕੋਲ ਘੱਟ ਮੱਝਾਂ ਨੇ, ਤੇ ਉਹਨਾਂ ਦੇ ਦਰਮਿਆਨ ਜਿਹੜੀ ਮੁਹੱਬਤ ਹੈ ਉਹ ਕੋਈ ਇਨਸਾਨਾਂ ਵਾਲੀ ਨਹੀਂ ਹੈਗੀ। ਉਹ ਤਾਂ ਸਿਰਫ ਬਲੱਡ ਦੀ ਵਜ੍ਹਾ ਤੋਂ ਕੋਈ ਥੋੜਾ ਬਹੁਤ ਰਿਸ਼ਤਾ ਜੁੜਿਆ ਹੈ। ਮੇਰਾ ਖਿਆਲ ਹੈ ਕਿ ਤੁਸੀਂ ਮੇਰੀ ਇਸ ਮਿਸਾਲ ਤੋਂ ਉਸ ਤੇ ਗੱਲ ਜਿਹੜੀ ਆ ਅੱਗੇ ਵਧੀ ਹੋਏਗੀ। हाँ डॉक्टर साहब मैं समझ गया। ਹਾਂਜੀ, ਤੇ ਫਿਰ ਅੱਜ ਦਾ ਅਸੀਂ ਸੈਸ਼ਨ ਜਿਹੜਾ ਉਹਨੂੰ ਫਿਰ ਬਾਏ ਰੈਪ ਅਪ ਕਰੀਏ। ਇੰਨੀ ਛੇਤੀ? ਤੁਸੀਂ ਤੇ ਆਏ ਬਹੁਤ ਦੇਰ ਨਾਲ ਹੋ।
नहीं, मैं 11:30 बजे आ गया थी। 11:30 ਵਜੇ ਨਹੀਂ ਜੀ, 10:30 ਵਜੇ ਸੀ। ओके, 10:30 ਵਜੇ ਕਲਾਸ ਸ਼ੁਰੂ ਹੋਈ ਸੀ ਤੇ ਤੁਸੀਂ 11:30 ਵਜੇ ਆਏ ਹੋ। ਮਸਲਾ ਇਹ ਹੈਗਾ ਹੈ। अच्छा अच्छा, sorry। ਹਾਂਜੀ ਹਾਂਜੀ, ਤੁਸੀਂ ਧਿਆਨ ਨਹੀਂ ਨਾ ਕਰਦੇ ਹੋ ਬਾਬੂ ਸਾਹਿਬ। हाँ, कुछ यही गल हो गई आज। ਹਾਂ ਹਾਂ, ਤੇ ਚਲੋ ਫਿਰ ਅਗਲੀ ਵਾਰੀ ਦੇਖਦੇ ਹਾਂ ਕੀ ਹੁੰਦਾ ਹੈ। ਤੇ ਇਹਨੂੰ ਅੱਜ ਅਸੀਂ ਇੱਥੇ ਕਨਕਲੂਡ ਕਰਨੇ ਆ ਤੇ ਅਗਲੀ ਵਾਰੀ ਫਿਰ ਮਿਲਨੇ ਆ। ਠੀਕ ਹੈ ਜੀ ਪ੍ਰਵੇਸ਼ ਸਾਹਿਬ? ਠੀਕ ਹੈ ਜੀ, ਰੱਬ ਰੱਖੋ ਡਾਕਟਰ ਸਾਹਿਬ। ਪ੍ਰਵੇਸ਼ ਸਾਹਿਬ ਠੀਕ ਹੈ? ਪ੍ਰਵੇਸ਼ ਸਾਹਿਬ, ਦੇਖੋ ਪ੍ਰਵੇਸ਼ ਸਾਹਿਬ ਕਿਸੇ ਕੰਮ ਲੱਗ ਗਏ ਨੇ। ਚਲੋ ਜੀ, ਹਾਂ ਜੀ, ਲੱਗਦਾ ਟੁਰ ਗਏ ਨੇ ਕਿਧਰੇ ਜੀ ਉਹ। ਇਹ ਔਨ ਆਫ ਦੇ ਵਿੱਚ ਫਰਕ, ਕਿਸੇ ਕੰਮ ਨਹੀਂ ਲੱਗਾ, ਵੈਸੇ ਹੀ ਆ ਅੱਛਾ ਚਲੋ ਫਿਰ ਠੀਕ ਹੈ। ਅਗਲੀ ਵਾਰੀ ਤੁਸੀਂ ਵੀ ਜ਼ਰਾ ਜਾਂ ਅਗਲੀ ਦਫਾ ਅਗਲੀ ਵਾਰ ਤਾਂ ਸੋਚ ਕੇ ਵੀ ਆਓ ਤੇ ਪੜ੍ਹ ਕੇ ਵੀ ਥੋੜਾ ਜਿਹਾ ਆਓ। ਮੈਨੂੰ ਕਹਿ ਰਹੇ ਹੋ ਜਾਂ ਬਾਕੀਆਂ ਨੂੰ ਕਹਿ ਰਹੇ ਹੋ? ਸਾਰਿਆਂ ਨੂੰ ਮੈਂ ਕਹਿ, ਸਾਰਿਆਂ ਨੂੰ ਕਹਿ ਰਿਹਾ। ਠੀਕ, ਬਹੁਤ ਇਧਰੋਂ ਉਧਰੋਂ ਪੜੋ ਨਾ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਬਾਰੇ ਚ। ਇੰਟਰਨੈਟ ਤੇ ਬਹੁਤ ਕੁਝ ਮੌਜੂਦ ਹੈ। ਬਹੁਤ ਕੁਝ ਜੀ, ਬਹੁਤ ਕੁਝ ਮੌਜੂਦ, ਆਈ ਐਗਰੀ। ਹਾਂ, ਤੇ ਇਹ ਹੈ ਕਿ ਉੱਥੋਂ ਵੀ ਥੋੜਾ ਜਿਹਾ ਪੜ੍ਹ ਕੇ ਆਓ, ਸਾਨੂੰ ਵੀ ਸਮਝਾਇਆ ਕਰੋ। ਤੇ ਠੀਕ ਹੈ ਜੀ, ਓਕੇ ਫਿਰ। ਓਕੇ ਨਾ। ਓਕੇ ਜੀ।